ਕੌਣ ਕਰਮ ਵਿਦਿਆ ਕਹੋ ਕੈਸੀ, ਧਰਮ ਕੌਣ ਪੁਨ ਕਰਈ। ਕੌਣ ਨਾਮ ਗੁਰ ਜਾਕੈ ਸਿਮਰੈ, ਭਵ ਸਾਗਰ ਕੋ ਤਰਈ। ਮਨ ਮੂਰਖ ਅਜਹੂ ਨੈ ਸਮਝਤ, ਸਿੱਖ ਦੇ ਹਾਰਿਓ ਨੀਤ। ਨਾਨਕ ਭਉਜਲ ਪਾਰ ਪਰੈ, ਜੋ ਗਾਵੈ ਪ੍ਰਭ ਕੇ ਗੀਤ। ਤੇਗ ਬਹਾਦਰ ਧਰਮ ਤੁਜ, ਹਰਤਾ ਤੁਰਕਨ ਮੂਲ। ਚਰਨ ਸ਼ਰਨ ਤਾਰਨ ਤਰਨ, ਨਮੋ ਹੋਏ ਅਨਕੂਲ। ਹਕ ਹਕ ਅੰਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਰੱਬੀ ਗਿਆਨ ਦੇ ਸਾਗਰ, ਪਤਿਤ ਪਾਵਨ ਭਗਤ ਵਸ਼ਲ ਕਰੀਮੁਲ ਕੁਮਾਲ, ਹੁਸਨਲ ਜਮਾਲ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਸੁਭਾਏਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਬੰਧਕਾਂ ਵੱਲੋਂ ਜੋ ਮਾਲਕ ਨੇ ਉਦਮ ਉਪਰਾਲਾ ਬਖਸ਼ਿਸ਼ ਕੀਤਾ ਹੈ, ਗੁਰਮਤਿ ਸਮਾਗਮਾਂ ਵਿੱਚ ਜੁੜ ਬੈਠ ਕੇ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਬਣਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਦਾਸ ਤੋਂ ਪਹਿਲਾਂ ਅਤੀ ਸਤਿਕਾਰਯੋਗ ਸਿੱਖ ਕੌਮ ਦੇ ਪ੍ਰਸਿੱਧ ਪ੍ਰਚਾਰਕ ਭਾਈ ਸਾਹਿਬ ਭਾਈ ਪਰਵਿੰਦਰਪਾਲ ਸਿੰਘ ਜੀ ਬੁੱਟਰ, ਉਹਨਾਂ ਪਾਸੋਂ ਆਪ ਜੀ ਨੇ ਗੁਰਮਤਿ ਵਿਚਾਰਾਂ ਔਰ ਖਾਸ ਕਰਕੇ ਅੱਜ ਜੋ ਗੁਰਬਾਣੀ ਸੰਬੰਧੀ ਉਹਨਾਂ ਨੇ ਵਿਸ਼ਰਾਮ ਉਚਾਰਨ ਜਥਾ ਪ੍ਰਕਰਨ ਤਥਾ ਅਰਥ ਤੇ ਜੋ ਹਰ ਤੁਕ ਨੂੰ ਕਿਸ ਲਹਿਜੇ ਵਿੱਚ ਪੜ੍ਹਨਾ ਹੈ, ਜੇ ਕੋਮਲ ਪੜਾਂਗੇ ਤੇ ਅਰਥ ਹੋਰ ਹੋਣਗੇ, ਜੇ ਭਾਰਾ ਕਰਕੇ ਪੜਾਂਗੇ ਤੇ ਅਰਥ ਹੋਰ ਹੋਣਗੇ। ਇਸ ਵਿਸ਼ੇ ਤੇ ਸੰਖੇਪ ਅਤੇ ਬੜੀਆਂ ਹੀ ਭਾਵਪੂਰਤ ਵਿਚਾਰਾਂ ਸਾਡੇ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਨੇ। ਆਓ ਕੁਝ ਸਮਾਂ ਗੁਰਮਤਿ ਵਿਚਾਰਾਂ ਨਾਲ ਸਾਰੇ ਜੁੜਨ ਦਾ ਯਤਨ ਕਰੀਏ। ਦਾਸ ਜੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਪਿਆਰ ਸਹਿਤ ਅਦਬ ਸਹਿਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੌਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਜਿੱਥੇ ਉਹਨਾਂ ਦੀ ਪਾਵਨ ਬਾਣੀ ਵਿੱਚ ਤਿਆਗ, ਵੈਰਾਗ ਤੇ ਅਨੁਰਾਗ ਦਾ ਵਿਸ਼ਾ ਪ੍ਰਧਾਨ ਹੈ, ਉੱਥੇ ਗਰੀਬ ਨਵਾਜ ਜੀ ਦੇ ਜਿਹੜੇ 59 ਸ਼ਬਦ ਅਤੇ 57 ਸ਼ਲੋਕ ਹਨ, ਉਹਨਾਂ ਦੀ ਬਾਣੀ ਵਿੱਚ ਵੱਖ-ਵੱਖ ਸਮੱਸਿਆਵਾਂ ਦਾ ਜ਼ਿਕਰ ਕਰਕੇ ਨਾਲ ਹੀ ਸਤਿਗੁਰਾਂ ਨੇ ਉਹਦਾ ਸਮਾਧਾਨ ਵੀ ਦੱਸਿਆ।
ਇੰਜ ਕਹਿ ਲਈਏ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਪ੍ਰਸ਼ਨੋਤਰੀ ਵੀ ਹੈ। ਜਿਵੇਂ ਇੱਕ ਸਿਆਣਾ ਅਧਿਆਪਕ ਆਪ ਹੀ ਪ੍ਰਸ਼ਨ ਕਰਕੇ ਵਿਦਿਆਰਥੀਆਂ ਨੂੰ ਸਮਝਾਉਣ ਵਾਸਤੇ ਆਪ ਹੀ ਉਹਨੂੰ ਹੱਲ ਕਰਦਾ ਹੈ, ਇਸੇ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ, ਕਿਉਂਕਿ ਗੁਰੂ ਕੀ ਬਾਣੀ ਦੇ ਮੁਤਾਬਕ ਮੇਰੇ RAM ਹਮ ਬਾਰਕ ਹਰ ਪ੍ਰਭ ਕੀ ਹੈ ਇਆਣੇ, ਧੰਨ ਧੰਨ ਗੁਰ ਸਤਿਗੁਰ ਪਾਂਧਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਗੁਰੂ ਵੀ ਸਾਡੇ ਅਧਿਆਤਮਕ ਰੂਹਾਨੀ ਵਿਦਿਆ ਦਾਤੇ ਨੇ, ਜਿਹੜੇ ਸਾਡੇ ਜੀਵਨ ਨੂੰ ਗਿਆਨ ਦੇ ਨਾਲ ਸਰਸ਼ਾਰ ਕਰਕੇ ਜਿੱਥੇ ਸਾਨੂੰ ਦੁਨਿਆਵੀ ਸਮੱਸਿਆਵਾਂ ਦਾ ਹੱਲ ਦੱਸਦੇ ਨੇ, ਉੱਥੇ ਇਸ ਸੰਸਾਰ ਵਿੱਚ ਰਹਿੰਦਿਆਂ ਅਸੀਂ ਨਿਰੰਕਾਰ ਤੱਕ ਕਿਵੇਂ ਪਹੁੰਚਣਾ ਹੈ, ਸਤਿਗੁਰੂ ਜੀ ਨੇ ਪਰਮਾਰਥੀ ਜੋ ਕਿਰਪਾ ਹੈ, ਬਖਸ਼ਿਸ਼ ਹੈ, ਉਹ ਵੀ ਸਾਡੇ ਤੇ ਕੀਤੀ ਹੈ। ਆਮ ਕਰਕੇ ਪਾਵਨ ਬਾਣੀ ਵਿੱਚ ਜਦੋਂ ਸਾਗਰ ਦਾ ਜ਼ਿਕਰ ਚੱਲਦਾ ਹੈ ਤੇ ਸਾਗਰ ਪਾਣੀ ਦੇ ਉਸ ਸੰਗ੍ਰਹਿ ਨੂੰ ਕਿਹਾ ਜਾਂਦਾ ਹੈ ਜਿੱਥੇ ਇੱਕ ਪਾਸੇ ਖੜੋਤਿਆਂ ਦੂਜਾ ਕਿਨਾਰਾ ਸਾਨੂੰ ਨਜ਼ਰ ਨਹੀਂ ਆਉਂਦਾ, ਜਿੱਥੇ ਵੱਡੇ ਵੱਡੇ ਭਵਰ, ਬੜੀਆਂ ਬੜੀਆਂ ਵੱਡੀਆਂ ਲਹਿਰਾਂ, ਤੇ ਉਹਨਾਂ ਦਿਸਦੇ ਪਾਣੀਆਂ ਨੂੰ ਪਾਰ ਕਰਨ ਲਈ ਕੋਈ ਹੱਥ ਪੈਰ ਮਾਰ ਕੇ ਤਰਨਾ ਸਿੱਖਦਾ ਹੈ, ਕੋਈ ਬੜੇ ਬੜੇ ਵੱਡੇ ਕੁਲਹੇ ਬਣਾ ਕੇ ਫਿਰ ਬੇੜੀਆਂ, ਸ਼ਿਪ, ਜਹਾਜ਼ ਹੋਂਦ ਵਿੱਚ ਆਏ। ਇਸੇ ਤਰ੍ਹਾਂ ਲੋਕ ਤੇ ਪਰਲੋਕ, ਜਿਸ ਸਾਗਰ ਦੇ ਦੋ ਕਿਨਾਰੇ ਨੇ, ਜਾਂ ਇੰਜ ਕਹਿ ਲਈਏ ਕਿ ਸਾਡੀ ਆਤਮਾ ਤੋਂ ਪਰਮਾਤਮਾ ਤੱਕ ਦੀ ਜਿਹੜੀ ਦੂਰੀ ਹੈ, ਜੋ ਅਸੀਂ ਆਮ ਮਨੁੱਖ ਤੋਂ ਸਿੱਖ ਤੱਕ ਦਾ ਸਫ਼ਰ ਕਰਨਾ ਹੈ, ਇਹ ਜਿਹੜੀ ਦੂਰੀ ਹੈ, ਇਹਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ, ਔਕੜਾਂ ਨੇ, ਉਹ ਇੰਜ ਹੀ ਆ ਜਿਵੇਂ ਕਿਤੇ ਬੜੇ ਵਿਖੜੇ ਭਿਆਨਕ ਔਖੇ ਸਾਗਰ ਨੂੰ ਲੰਘ ਕੇ ਪਾਰ ਜਾਣਾ ਹੋਵੇ। ਗਰੀਬ ਨਵਾਜ ਜੀ ਨੇ ਜਿੱਥੇ ਆਪ ਪ੍ਰਸ਼ਨ ਕੀਤਾ, ਕੌਣ ਕਰਮ ਵਿਦਿਆ ਕਉ ਕੈਸੀ, ਧਰਮ ਕੌਣ ਪੁਨ ਕਰਈ, ਕੌਣ ਨਾਮ ਗੁਰ ਜਾਕੈ ਸਿਮਰੈ, ਭਵ ਸਾਗਰ ਕੋ ਤਰੀ। ਉਹ ਕਿਹੜੀ ਵਿਦਿਆ ਹੈ, ਉਹ ਕਿਹੜਾ ਕਰਮ ਹੈ, ਉਹ ਕਿਹੜਾ ਧਰਮ ਹੈ ਜਿਹਦੇ ਨਾਲ ਅਸੀਂ ਇਸ ਭਵ ਸਾਗਰ ਨੂੰ ਤਰ ਸਕਦੇ ਹਾਂ। ਇੰਜ ਕਹਿ ਲਈਏ ਕਿ ਗੁਰੂ ਕੀ ਬਾਣੀ ਦਾ ਇਹ ਉਪਦੇਸ਼ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਤੋਂ ਲੈ ਕੇ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ ਤੱਕ ਦਾ ਜਿਹੜਾ ਸਫ਼ਰ ਹੈ, ਇਹ ਉਹ ਭਵ ਸਾਗਰ ਹੈ ਜਿਹਦੇ ਵਿੱਚ ਬੜੀਆਂ ਬੜੀਆਂ ਵੱਡੀਆਂ ਰੁਕਾਵਟਾਂ ਨੇ, ਬੜੇ ਬੜੇ ਵੱਡੇ ਭਵਰ ਨੇ, ਬੜੀਆਂ ਬੜੀਆਂ ਵੱਡੀਆਂ ਲਹਿਰਾਂ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਜੀਵਨ ਹਯਾਤੀ ਦੇ ਵਿੱਚ ਤਿੰਨ ਤਰ੍ਹਾਂ ਦੇ ਜਿਹੜੇ ਸਾਗਰ ਨੇ, ਉਹਨਾਂ ਦਾ ਜ਼ਿਕਰ ਕਰਕੇ ਤੇ ਉਹਨਾਂ ਤੋਂ ਪਾਰ ਹੋਣ ਦਾ ਢੰਗ ਤਰੀਕਾ ਵੀ ਦੱਸਿਆ, ਔਰ ਆਪ ਕਿਰਪਾ ਕਰਕੇ ਉਹ ਭਵ ਸਾਗਰ ਤੋਂ ਬੇੜੇ ਜਿਹੜੇ ਨੇ, ਜਹਾਜ਼ ਜਿਹੜੇ ਨੇ, ਸਤਿਗੁਰੂ ਜੀ ਨੇ ਪਾਰ ਵੀ ਕੀਤੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਦਾ 400 ਸਾਲਾ ਪ੍ਰਕਾਸ਼ ਪੁਰਬ 2021 ਦੇ ਵਿੱਚ ਆਪਾਂ ਹੁਣ ਇਸੇ ਸਾਲ ਵਿੱਚ ਮਨਾਉਣਾ ਹੈ। 1621 ਨੂੰ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ, ਜਿੱਥੇ ਗੁਰੂ ਕੇ ਮਹਿਲ ਨੇ, ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਮਾਤਾ ਨਾਨਕੀ ਜੀ ਦੀ ਪਾਵਨ ਕੁੱਖ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਦਸਾਂ ਪਾਤਸ਼ਾਹੀਆਂ ਵਿੱਚੋਂ ਵਾਹਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ, ਜਿਨ੍ਹਾਂ ਦਾ ਪ੍ਰਕਾਸ਼ ਅੰਮ੍ਰਿਤਸਰ ਸ਼ਹਿਰ ਵਿੱਚ ਹੋਇਆ। ਭਾਵੇਂ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ 1479 ਨੂੰ ਗੁਰੂ ਨਾਨਕ ਸਾਹਿਬ ਜੀ ਤੋਂ 10 ਸਾਲ ਬਾਅਦ 1469 ਤੋਂ ਬਾਅਦ 1479 ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਿੰਡ ਬਾਸਰ ਕੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ।
ਅੱਜ ਕੱਲ ਭਾਵੇਂ ਗੋਇੰਦਵਾਲ ਸਾਹਿਬ ਤਰਨਤਾਰਨ ਸਾਹਿਬ ਜ਼ਿਲ੍ਹੇ ਵਿੱਚ ਹੈ, ਪਰ ਉਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ 1563 ਨੂੰ ਹੋਇਆ ਹੈ। ਗੁਰੂ ਕੀ ਵਡਾਲੀ ਵਿਖੇ ਜੋ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੀ ਹੈ, 1595 ਦੇ ਵਿੱਚ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪ੍ਰਕਾਸ਼ ਧਾਰਨ ਕਰਦੇ ਨੇ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤਾਂ ਵੱਖ-ਵੱਖ ਪਾਤਸ਼ਾਹੀਆਂ ਦਾ ਪ੍ਰਕਾਸ਼ ਹੋਇਆ, ਪਰ ਅੰਮ੍ਰਿਤਸਰ ਸ਼ਹਿਰ ਵਿੱਚ ਕੇਵਲ ਤਾਂ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਨੇ ਜੇ ਸਮਾਂ ਮਿਲਿਆ ਤੇ ਜ਼ਰੂਰ ਗੁਰੂ ਕੇ ਮਹਿਲ ਗੁਰ ਅਸਥਾਨ ਤੇ ਜਾ ਕੇ ਨਤਮਸਤਕ ਹੋਇਓ, ਉਸ ਸਥਾਨ ਦੇ ਦਰਸ਼ਨ ਵੀ ਕਰਿਓ। ਇਤਿਹਾਸ ਕਹਿੰਦਾ ਕਿ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਵਣ ਕਰ ਰਹੇ ਸਨ। ਜਦੋਂ ਇਹ ਖਬਰ ਸਤਿਗੁਰੂ ਜੀ ਨੂੰ ਪ੍ਰਾਪਤ ਹੋਈ ਕਿ ਗ੍ਰਹਿ ਵਿਖੇ ਮਾਲਕ ਨੇ ਕਿਰਪਾ ਕਰਕੇ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ, ਭਾਵੇਂ ਕਿ ਪਹਿਲਾਂ ਵੀ ਉਹਨਾਂ ਦੇ ਘਰ ਪੁੱਤਰ ਨੇ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਸਾਹਿਬ ਔਰ ਇੱਕ ਹਜੂਰ ਦੀ ਪੁੱਤਰੀ ਸੀ ਬੀਬੀ ਵੀਰੋ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇੰਨਾ ਕੋਮਲ ਹਿਰਦਾ ਸੀ ਕਿ ਸਤਿਗੁਰੂ ਜੀ ਆਪਣੀ ਸੁਪੁੱਤਰੀ ਨੂੰ ਆਪਣੀ ਜਿੰਦ ਜਾਨ, ਆਪਣੇ ਪ੍ਰਾਣਾਂ ਤੋਂ ਪਿਆਰੀ ਕਿਹਾ ਕਰਦੇ ਸਨ। ਜਦੋਂ ਵੀ ਉਪਦੇਸ਼ ਦੇਣਾ ਤੇ ਇਹੀ ਬਚਨ ਕਹਿਣੇ, ਸੁਨ ਪੁੱਤਰੀ ਪ੍ਰਾਨਨ ਤੇ ਪਿਆਰੀ। ਪ੍ਰਾਣਾਂ ਤੋਂ ਪਿਆਰੀ ਕਹਿੰਦੇ ਸਨ। ਔਰ ਉਹਨਾਂ ਦਾ ਉਪਦੇਸ਼ ਵੀ ਆ, ਦੌਲਤ ਗੁਜਰਾਨ, ਪੁੱਤਰ ਨਿਸ਼ਾਨ, ਔਰਤ ਈਮਾਨ। ਜਿਵੇਂ ਸਾਡਾ ਗੁਜਰਾਨ ਹੋ ਸਕੇ ਸਾਨੂੰ ਦੌਲਤ ਚਾਹੀਦੀ ਹੈ। ਲੋਕ ਕਹਿੰਦੇ ਸਾਡੀ ਨਿਸ਼ਾਨੀ ਅੱਗੇ ਰਵੇ, ਪੁੱਤਰ ਚਾਹੀਦਾ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿੱਖਿਆ, ਤੁਹਾਡਾ ਈਮਾਨ ਰਹਿ ਸਕੇ ਧੀ ਵੀ ਮੰਗਿਆ ਕਰੋ ਆ ਕੇ। ਦੂਜੇ ਲਫ਼ਜ਼ਾਂ ਵਿੱਚ ਵੀ ਜੇ ਅਸੀਂ ਦੌਲਤ ਮੰਗ ਰਹੇ ਹਾਂ, ਪੁੱਤਰ ਮੰਗ ਰਹੇ ਹਾਂ, ਧੀ ਨੂੰ ਮੱਥੇ ਵੱਟ ਪਾ ਰਹੇ ਹਾਂ, ਤੇ ਸਾਡੇ ਵਰਗਾ ਬੇਈਮਾਨ ਹੀ ਕੋਈ ਨਹੀਂ। ਦੌਲਤ ਗੁਜਰਾਨ, ਪੁੱਤਰ ਨਿਸ਼ਾਨ, ਔਰਤ ਈਮਾਨ। ਔਰਤ ਭਾਵੇਂ ਮਾਂ ਹੈ, ਭਾਵੇਂ ਪਤਨੀ ਹੈ, ਭਾਵੇਂ ਭੈਣ ਹੈ ਤੇ ਭਾਵੇਂ ਧੀ ਹੈ। ਔਰਤ ਦੇ ਇਹ ਚਾਰ ਰੂਪ ਸਾਡਾ ਈਮਾਨ ਨੇ, ਤੇ ਇਹਨਾਂ ਚਾਰਾਂ ਰੂਪਾਂ ਦਾ ਨਿਰਾਦਰ ਕਰਨ ਵਾਲਾ ਬੰਦਾ ਬੇਈਮਾਨ ਤੇ ਹੋ ਸਕਦਾ, ਉਹਦਾ ਈਮਾਨ ਕੋਈ ਨਹੀਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਗੁਰੂ ਕੇ ਮਹਿਲ ਪਹੁੰਚ ਕੇ ਬਾਲਕ ਜੋ ਮਾਲਕ ਦੀ ਦਾਤ ਸੀ ਤੱਕਿਆ ਬੜੇ ਗੌਰ ਨਾਲ, ਤੇ ਬਹਾਦਰ ਬਾਬਾ ਬਿਧੀ ਚੰਦ ਸਮੇਤ ਕਈ ਸਿੱਖ ਪੁੱਛਣ ਲੱਗੇ, ਪਾਤਸ਼ਾਹ ਸੰਤਾਨ ਤਾਂ ਅੱਗੇ ਵੀ ਤੁਹਾਡੇ ਘਰ ਪ੍ਰਗਟ ਹੋਈ ਆ, ਪਰ ਇਸ ਵਾਰ ਇੰਨੀ ਉਚੇਚ ਕਿਉਂ? ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਸਨ, ਇਹ ਬਾਲਕ ਦੀਨ ਰਸ਼ ਸੰਕਟ ਹਰਨ ਹੈ। ਇਹ ਦੀਨਾ ਮਜਲੂਮਾਂ ਦੀ ਰੱਖਿਆ ਕਰੇਗਾ, ਤੇ ਜਦੋਂ ਕਿਸੇ ਤੇ ਵੀ ਸੰਕਟ ਆਵੇਗਾ ਖੁਦ ਨੂੰ ਸੰਕਟ ਵਿੱਚ ਪਾ ਕੇ ਇਹ ਦੂਜਿਆਂ ਦਾ ਸੰਕਟ ਹੱਲ ਕਰੇਗਾ। ਗੱਲ ਚੱਲ ਰਹੀ ਸੀ ਭਾਈ ਮੱਖਣ ਸ਼ਾਹ ਜੀ ਲਬਾਣਾ ਹੋਣਾ ਦੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਡਾ ਕਿਰਤ ਦਾ ਜਹਾਜ਼ ਵੀ ਬੰਨੇ ਲਾਇਆ, ਚਾਹੇ ਉਹ ਸਾਡੀ ਖੇਤੀ ਹੈ, ਚਾਹੇ ਦੁਕਾਨਦਾਰੀ ਹੈ, ਚਾਹੇ ਨੌਕਰੀ ਹੈ, ਤੇ ਚਾਹੇ ਵਪਾਰਕ ਖੇਤਰ ਨਾਲ ਅਸੀਂ ਸੰਬੰਧ ਰੱਖਦੇ ਹਾਂ। ਭਾਈ ਮੱਖਣ ਸ਼ਾਹ ਹੋਣਾ ਨੇ ਇਹੀ ਅਰਦਾਸ ਕੀਤੀ ਸੀ, ਸਤਿਗੁਰੂ ਜੀ ਜਦੋਂ ਵੀ ਮੇਰੇ ਜਹਾਜ਼ ਬੇੜੇ ਸੌਦੇ ਨਾਲ ਭਰ ਕੇ ਤੁਰਦੇ ਨੇ, ਮੈਂ ਆਪ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ, ਮੇਰਾ ਕਿਰਤ ਦਾ ਜਹਾਜ਼ ਪਾਰ ਕਰ ਦਿਓ। ਤੇ ਜਦੋਂ ਵੀ ਸਮਾਂ ਮਿਲਿਆ ਆਪ ਦਾ ਸ਼ੁਕਰਾਨਾ ਕਰਨ ਵਾਸਤੇ ਜੋ ਕੁਝ ਵੀ ਸਰਿਆ ਬਣਿਆ ਮੈਂ ਆਪ ਜੀ ਦੇ ਦਰ ਤੇ ਲਿਆ ਕੇ ਭੇਟ ਕਰਾਂਗਾ। ਸਾਡੇ ਪਿੰਡਾਂ ਵਿੱਚ ਅਜੇ ਵੀ ਜਦੋਂ ਖੇਤੀ ਪੱਕ ਰਹੀ ਹੋਵੇ, ਉੱਪਰ ਮੀਂਹ ਹਨੇਰੀ ਝੁੱਲ ਰਹੀ ਹੋਵੇ, ਤੇ ਬਜ਼ੁਰਗ ਅਜੇ ਵੀ ਅਰਦਾਸ ਕਰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਆ ਕਿਰਤ ਦਾ ਭਰਿਆ ਜਹਾਜ਼ ਜਿਹੜਾ ਇਹਨੂੰ ਬੰਨੇ ਲਾ ਦਿਓ। ਇਹੀ ਗੱਲ ਭਾਈ ਮੱਖਣ ਸ਼ਾਹ ਹੋਣਾ ਨੇ ਕਹੀ ਸੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚ ਕੇ। ਸਤਿਗੁਰੂ ਜੀ ਗੱਲ ਕੱਲੀ ਮੇਰੇ ਬੇੜੇ ਦੀ ਨਹੀਂ, ਜੇ ਮੈਂ ਸਵਾਰਥੀ ਹੁੰਦਾ ਤੇ ਮੇਰਾ ਮਤਲਬ ਤੇ ਨਿਕਲ ਗਿਆ, ਮੇਰਾ ਬੇੜਾ ਤੇ ਪਾਰ ਹੋ ਗਿਆ, ਪਰ ਗੱਲ ਕੱਲੀ ਮੇਰੇ ਬੇੜੇ ਦੀ ਨਹੀਂ, ਇੱਥੇ ਤੇ ਸਿੱਖੀ ਦਾ ਬੇੜਾ ਡੁੱਬਣ ਲੱਗਾ।
ਜਿਵੇਂ ਮੇਰਾ ਬੇੜਾ ਪਾਰ ਕੀਤਾ ਜੇ ਪ੍ਰਗਟ ਹੋਵੋ, ਕਿਰਪਾ ਕਰੋ ਆ ਸਿੱਖੀ ਦੇ ਬੇੜੇ ਨੂੰ ਪਾਰ ਕਰ ਦਿਓ। ਆ 22 ਨਕਲੀ ਦੰਭੀ ਪਖੰਡੀ ਜਿਹੜੇ ਨੇ ਇਹ ਸਿੱਖੀ ਦੇ ਬੇੜੇ ਨੂੰ ਡੋਬਣ ਲੱਗੇ। ਤੇ ਅੱਜ ਸਿੱਖਿਆ ਇਹ ਲੈਣੀ ਆ ਕਿ ਉਹ 22 ਦੀ ਗਿਣਤੀ ਭਾਵੇਂ 22,000 ਤੱਕ ਪਹੁੰਚ ਜਾਵੇ, ਅੱਜ ਵੀ ਜੇ ਸਿੱਖੀ ਦਾ ਬੇੜਾ ਡੁੱਬਣੋਂ ਬਚਾਉਣਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਆਇਓ, ਕਿਉਂਕਿ 22 ਨਕਲੀ ਦੰਭੀ ਪਖੰਡੀ ਛੱਡ ਕੇ ਭਾਈ ਮੱਖਣ ਸ਼ਾਹ ਜੀ ਨੇ ਕੋਠੇ ਦੀ ਛੱਤ ਤੇ ਚੜ ਕੇ ਕਿਹਾ ਸੀ, ਭੁੱਲੀਏ ਸੰਗਤੇ ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਅੱਜ ਵੀ ਅਸੀਂ ਸਾਰੇ ਓਟ ਆਸਰੇ ਛੱਡ ਕੇ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਣਾ ਹੈ, ਕਿਉਂਕਿ ਭਵਜਲ ਬਿਨ ਸ਼ਬਦੈ ਕਿਉ ਤਰੀਐ। ਗੁਰੂ ਦੇ ਸ਼ਬਦ ਤੋਂ ਬਿਨਾਂ ਅਸੀਂ ਭਵ ਸਾਗਰ ਵਿੱਚੋਂ ਆਪਣਾ ਬੇੜਾ ਪਾਰ ਨਹੀਂ ਜੇ ਕਰ ਸਕਦੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਕਿਰਤ ਦਾ ਜਹਾਜ਼, ਕਿਰਤ ਦਾ ਬੇੜਾ ਪਾਰ ਕਰਨ ਵਾਲੇ ਨੇ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਜਦੋਂ ਔਰੰਗਜ਼ੇਬ ਦੇ ਸਮੇਂ ਹਿੰਦੂ ਧਰਮ ਦੀ ਜਿਹੜੀ ਬੇੜੀ ਸੀ ਉਹ ਜ਼ੁਲਮ ਦੇ ਤੂਫਾਨ ਵਿੱਚ ਡੁੱਬ ਰਹੀ ਸੀ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਸਾਗਰ ਜ਼ੁਲਮ ਦੇ ਵਿੱਚ ਤੂਫਾਨ ਆਇਆ, ਬੇੜਾ ਧਰਮ ਦਾ ਡਾਵਾਂ ਡੋਲ ਹੋਇਆ, ਧੱਕੇ ਸਾਈ ਦੇ ਜਾਨ ਮਜਲੂਮ ਕੁਚਲੇ, ਸੱਚ ਧਰਮ ਦਾ ਬਿਸਤਰਾ ਗੋਲ ਹੋਇਆ, ਰਿਆ ਖੌਫ ਨਹੀਂ ਖੁਦਾ ਦਾ ਹਾਕਮਾਂ ਨੂੰ, ਚਿੜੀਆਂ ਮੌਤ ਗਵਾਰਾਂ ਦਾ ਚੋਲ ਹੋਇਆ। ਅੱਜ ਕੋਈ ਮਹਾਤਮਾ ਸਿਰ ਦੇ ਕੇ ਰੱਖੇ ਹਿੰਦ ਨੂੰ, ਗੁਰਾਂ ਦਾ ਬੋਲ ਹੋਇਆ। ਸਤਿਗੁਰਾਂ ਨੇ ਉੱਥੇ ਇਹ ਨਹੀਂ ਵੇਖਿਆ ਵੀ ਇਹ ਗੱਲ ਜਿਹੜੀ ਹੈ ਇਹ ਸਰਕਾਰ ਦੇ ਉਲਟ ਜਾਵੇਗੀ। ਅੱਜ ਵੀ ਵੇਖੋ ਕਿਸਾਨ ਆਪਣੇ ਘਰ ਛੱਡ ਕੇ, ਬੱਚੇ ਛੱਡ ਕੇ ਆਪਣੇ ਹੱਕ ਮੰਗਣ ਲਈ ਦਿੱਲੀ ਦੀ ਧਰਤੀ ਤੇ ਬੈਠੇ ਨੇ। ਤੇ ਇਸ ਦੇਸ਼ ਦਾ ਮੀਡੀਆ ਤੁਲਨਾ ਕਰ ਰਿਹਾ ਹੈ ਵੀ ਇੱਕ ਪਾਸੇ 5 ਲੱਖ ਦੇ ਕਰੀਬ ਕਿਸਾਨ ਤੇ ਦੂਜੇ ਪਾਸੇ ਕਰੋੜਾਂ ਦੀ ਗਿਣਤੀ ਵਿੱਚ ਹਿੰਦੁਸਤਾਨੀ। ਪਰ ਜਦੋਂ ਗੱਲ ਧਰਮ ਦੀ ਆਉਂਦੀ ਹੈ, ਇਨਸਾਨੀਅਤ ਦੀ ਆਉਂਦੀ ਹੈ, ਉਦੋਂ ਸਰਕਾਰ ਵਾਲਾ ਪਾਸਾ ਜਾਂ ਬਹੁ ਗਿਣਤੀ ਵਾਲਾ ਪਾਸਾ ਨਹੀਂ, ਉਦੋਂ ਤੇ ਗੁਰੂ ਤੇਗ ਬਹਾਦਰ ਸਾਹਿਬ ਮਜਲੂਮਾਂ ਵਾਲੇ ਪਾਸੇ ਖੜੋਂਦੇ ਨੇ। ਇਹ ਨਹੀਂ ਵੇਖਦੇ ਵੀ ਕਸ਼ਮੀਰੀ ਪੰਡਤ ਜਾਂ ਭਾਰਤ ਵਰਸ਼ ਦੇ ਲੋਕ ਗਿਣਤੀ 'ਚ ਕਿੰਨੇ ਨੇ, ਤੇ ਜਿਨ੍ਹਾਂ ਮੁਗਲਾਂ ਦੀ ਸਰਕਾਰ ਹਕੂਮਤ ਹੈ ਉਹਨਾਂ ਦਾ ਰਾਜ ਕਿੱਥੇ ਤੱਕ ਚੱਲ ਰਿਹਾ ਹੈ। ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਨੂੰ ਸੰਕਟ ਵਿੱਚੋਂ ਕੱਢਣ ਵਾਸਤੇ, ਇਹਨਾਂ ਦੀ ਬਾਹ ਪਕੜਨ ਵਾਸਤੇ ਇਹਨਾਂ ਮਜਲੂਮਾਂ ਵਾਲੇ ਪਾਸੇ ਖੜੋਂਦੇ ਨੇ। ਜਦੋਂ ਡਾਵਾਂ ਡੋਲ ਹੋਇਆ ਇੱਥੋਂ ਦਾ ਸਮੁੱਚਾ ਜਿਹੜੀ ਸੰਸਕ੍ਰਿਤੀ ਜਾਂ ਇੱਥੋਂ ਦਾ ਧਰਮ ਸੀ, ਕਿਉਂਕਿ ਪੰਡਤ ਕਿਰਪਾ ਰਾਮ ਹੋਣਾ ਨੇ ਬੜੇ ਦੁਖੀ ਹਿਰਦੇ ਦੇ ਨਾਲ 16 ਬ੍ਰਾਹਮਣਾਂ ਸਮੇਤ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਇਹ ਬੇਨਤੀ ਕੀਤੀ ਸੀ, ਹਾਥ ਜੋਰ ਕਹਿਓ ਕਿਰਪਾ ਰਾਮ, ਦਤ ਬ੍ਰਾਹਮਣ ਮਟਨ ਗ੍ਰਾਮ, ਹੇ ਗੁਰ ਤੇਗ ਬਹਾਦਰ ਆਈ, ਹਮਰੋ ਬਲ ਅਬ ਰਹਿਓ ਨਾ ਕਾਈ, ਗੱਜ ਕੇ ਬੰਧਨ ਕਾਟਨ ਹਾਰੇ, ਤੁਮ ਗੁਰ ਨਾਨਕ ਹੋ ਅਵਤਾਰੇ। ਉਹਨਾਂ ਨੇ ਬੇਨਤੀ ਕੀਤੀ ਸੀ, ਬਾਹ ਸਾਡੀ ਪਕੜੀ ਹੈ ਹਰ ਗੋਬਿੰਦ ਕੇ ਨੰਦ, ਕਿਰਪਾ ਕਰੋ हे ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਸਾਹਿਬ, ਸਾਡੀ ਬਾਹ ਪਕੜੋ ਤੇ ਸਾਡੀ ਡੁੱਬਦੀ ਹੋਈ ਬੇੜੀ ਨੂੰ ਪਾਰ ਕਰੋ। ਕਿਉਂਕਿ ਔਰੰਗਜ਼ੇਬ ਦੀ ਜਿਹੜੀ ਹਕੂਮਤ ਸੀ, ਤੁਸੀਂ ਸਾਰੇ ਜਾਣਦੇ ਹੋ ਕਿ ਉਹਨੇ ਰਾਜ ਤਖਤ ਤੇ ਬੈਠਣ ਲੱਗਿਆਂ ਸਭ ਤੋਂ ਪਹਿਲਾਂ ਆਪਣੇ ਸਕੇ ਬਾਪ ਨੂੰ ਕੈਦ ਵਿੱਚ ਪਾਇਆ, ਸਕੇ ਭਰਾਵਾਂ ਦਾ ਕਤਲ ਕਰਕੇ ਖੂਨ ਦਾ ਟਿੱਕਾ ਲਾ ਕੇ ਉਹ ਤਖਤ ਨਸ਼ੀਨ ਹੁੰਦਾ ਹੈ। ਇੱਥੇ ਤੱਕ ਕਿ ਜੇ ਕੋਈ ਸੂਫੀ ਫਕੀਰ ਵੀ ਸੱਚ ਹੱਕ ਦੀ ਗੱਲ ਕਰਦਾ ਹੈ ਤੇ ਸਰਮਦ ਵਰਗੇ ਫਕੀਰ ਵੀ ਜਿਹੜੇ ਨੇ ਉਹਨਾਂ ਨੂੰ ਸ਼ਰੇਆਮ ਕਤਲ ਕਰਨ ਦਾ ਜਿਹੜਾ ਹੁਕਮ ਸੀ ਔਰੰਗਜ਼ੇਬ ਨੇ ਦੇ ਦਿੱਤਾ। ਕੇਵਲ ਇੰਨੀ ਗੱਲ ਕਹੀ ਸੀ ਨਾ ਸਰਮਦ ਨੇ ਵੀ ਔਰੰਗਜ਼ੇਬ ਤੇਰੇ ਤੇ ਮੇਰੇ ਵਿੱਚ ਫਰਕ ਕੋਈ ਨਹੀਂ, ਤੂੰ ਤਨ ਦਾ ਰਾਜਾ ਹੈ ਤੇ ਮੈਂ ਮਨ ਦਾ ਰਾਜਾ ਹਾਂ। ਤੇਰੇ ਲਈ ਆ ਦੁਨਿਆਵੀ ਰਾਜ ਭਾਗ ਦਾ ਤਖਤ ਹੈ ਤੇ ਮੇਰੇ ਲਈ ਸਾਰੀ ਧਰਤੀ ਤਖਤ ਹੈ। ਤੂੰ ਕਲਮ ਦੇ ਅਧੀਨ ਹੈ, ਮੈਂ ਜ਼ੁਬਾਨ ਦੇ ਅਧੀਨ ਹਾਂ। ਤੂੰ ਮਾਲ ਅਸਬਾਬ ਵਿੱਚ ਗਰੂਰ ਰੱਖਦਾ ਤੇ ਮੈਂ ਆਪਣੇ ਹਾਲ ਵਿੱਚ ਸਦਾ ਮਸਤ ਰਹਿਣਾ। ਕਹਿਣ ਲੱਗੇ ਤੇਰਾ ਹਰਮਾਂ ਦੇ ਵਿੱਚ ਵਾਸ ਹੈ ਤੇ ਮੇਰਾ ਜੰਗਲ ਬਿਆਬਾਨ ਦੇ ਵਿੱਚ ਨਿਵਾਸ ਹੈ। ਤੇਰੇ ਤੇ ਮੇਰੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਕਿਸੇ ਕਵੀ ਨੇ ਲਿਖਿਆ ਕਿ ਉਸ ਫਕੀਰ ਨੇ ਔਰੰਗਜ਼ੇਬ ਨੂੰ ਆਖਿਆ ਸੀ, ਤੂੰ ਸ਼ਹਿਨशाह ਮੈਂ ਦਰ ਕਾ ਗਦਾ,
है रूह एक तकदीरें दो। तू तख्त नशी मैं खाक नशी, है मुल्क एक जगीरें दो। तू कलम बंद मैं जुबां बंद, है बंदिश एक जंजीरें दो। तू माल मस्त मैं हाल मस्त, है नशा एक तसीरें दो। तू गुले चमन मैं खारे दस्त, है नकाश एक तस्वीरें दो। तेरी जुदा पसंद है मेरी जुदा पसंद है, तुझे खुद ही पसंद है मुझे खुदा पसंद है। बस इन्ना कहण दी देर सी औरंगजेब कहण लगा, इस गुस्ताख फकीर दा सिर कलम कर दिओ, जिन्हें अपनी सकी भैन रोशन आरा सकी बेटी जेबुल निशा नूं भी नहीं बख्शिया, उन्हां नूं भी कैदखाने विच पाया। वो गैर मुसलमानां दा किवें बन सकदा सी? उस वेले ਗਿਆਨੀ ਗਿਆਨ ਸਿੰਘ ਹੋਣਾ ने पंथ प्रकाश विच लिखिया, ਉਹਦੀ नीति सी किश लोभ दिखाए जुल्म कराए, तुर्क बनाए बहु हिंदू। बहु तग लहावत तिलक चटावत, अत सतावें तुर्क हिंदू। चाहत करनी सगली धरनी, दीन सवरनी तुरकानी। मंदिर सब गेरे बिन ही देरे, देवल केरे अबमानी। जदों इस तरह की हालत बनी हुई सी, बिल्कुल धर्म का बेड़ा डावां डोल होया सी, ते उस वेले सतगुरु गुरु तेग बहादुर साहब ने अपने शीश का चप्पू ला के उस डुबदी हुई बेड़ी नूं पार कीता। इसलिए असीं किसी कवि दे बोल पढ़ते हैं, सतगुर तेग बहादुर दे बाज हिंद ते, चादर किसे की प्रेम दी ताननीए। उस प्यारे सतगुरु दा शीस तक के सीना हो रहा छाननी छाननीए। करनी वाले दी करनी दी मेहरबानी, परलो तीक संसार ने जाननी है। ओए चानन अज भी ओदा संसार अंदर जे दी चांदनी चौक विच चाननी। सतगुरु गुरु तेग बहादुर साहब जी ने धर्म दी चादर बन के इत्थों दे लोकां दी जिहड़ी पत सी ओह कजी। क्योंकि जदों रो रो के कश्मीरी पंडितां ने आख्या सी साडे तिलक नूं खतरा, साडे जंजू नूं खतरा, साडी धोती नूं खतरा, साडी बोदी नूं खतरा, ते उदों ये नहीं वेख्या गया कि सरकार दे ये गल उल्ट जावेगी, ये बहु गिणती दे उल्ट जावेगी। जेड़े मजलूम सन गुरु तेग बहादुर साहब उस पासे वल खड़ोते सन। गरीब नवाज जी ने धर्म की चादर बन के उन्हां दा पर्दा कजिया। क्योंकि चादर कई बार असीं कह दिन्ने आ, पर चादर वेखो बनदी किन्नी मुश्किल दे नाल। भाई साहब भाई गुरदास जी ने जिक्र किया, कहण लगे जेड़े वडेवे ने ना, वडेवियां नूं सवाह दे विच मसल के जदों मिट्टी विच बीजिया जावे ते फिर कपाह दा बूटा उगदा है। मालवे विच नरमे नूं पहल दित्ती जांदी है, पर बीज धरती विच जेड़ा उहदा भी बीजिया जांदा है। भाई गुरदास जी ने कपाह दा जिक्र कीता कि जदों कपाह दा बूटा उगदा फिर वड्डा हुंदा, उहनूं टींडे लगदे ने, टींडियां दा मूंह फुटदा, उहदे विचों रूह पैदा हुंदा, सुआणियां आके रूह चुगदियां ने। फिर जाके उहनूं कत्तिया जांदा, रूह नूं पिंजिया जांदा, वेलिया जांदा, उहनूं गोड़े बना के फिर धो के पा दे के रंगिया जांदा ते फिर दर्जी कोल जांदा ते दर्जी कैंची नाल कटदा ते सूई धागे नाल सिउंदा। इन्ना वड्डा संघर्ष करन तो बाद एक निक्की जी चादर बनदी है जिहड़ी केवल एक दा पर्दा कजदी है। ते जिस गुरु तेग बहादुर साहब ने समुचे हिंद वासियां दा पर्दा कजना सी, धर्म की चादर बनना सी, किड्डा वड्डा संघर्ष करना पिया होवेगा गुरु तेग बहादुर साहब नूं। भाई गुरदास जी एक चादर की गल करते ने, होए वडेवा जग विच तन बीजै खे नाल रलाया, बूटी होए कपाह दी हस हस टींडे आप खड़ाया। दो मिल वेलन वेलिया, लू लू करके तुंब तंबाया, पिंजण पिंज पंजाया, कर कर गोड़ी सूत कताया। ते भाई गुरदास जी कहते ने इन्हां जफर जालन तो बाद कैंची कट्टन कट्टिया, सूई धागे जोड़ सवाया, लज्जण कज्जण काज सुहाया। फिर जाके किसी एक दा पर्दा कज्जण वास्ते वो चादर बनिया। ते जिस गुरु तेग बहादुर साहब ने धर्म की चादर बनना सी, क्योंकि वो चादर जरूर सन पर केवल हिंद दी नहीं,
क्योंकि उस वेले हिंदू मजलूम सी, इस करके उन्होंने हिंद की चादर कहा जाता है। पर जे किते मजलूम ईसाई हुंदा ते सतगुरां नूं ईसाईयत की चादर कहा जाता, जे मुसलमान आउंदा ते सतगुरु जी नूं इस्लाम की चादर कहा जाना सी। पर उस वेले दा लोड़वंद हिंदू सी, इस करके प्रचलित हो गया कि सतगुरु हिंद की चादर। गुरु गोबिंद सिंह महाराज जी दे हजूरी जिहड़े 52 कवि सन, उन्हां 52 कवियां दे विचों सैनापति कवि जिन्हां ने गुरु शोभा लिखिया, गुरु शोभा ग्रंथ का नाम है। ते भाई सैनापति जी ये सतगुरु गुरु गोबिंद सिंह महाराज जिन्हां नूं बचपन दे विच खिडाउंदे भी सन, लाड भी लडाउंदे सन। गुरु तेग बहादुर साहब जी दे भी ये समकाली कवि ने। उन्होंने जिक्र किया गुरु शोभा ग्रंथ विच कि गुरु तेग बहादुर साहब चादर जरूर सन पर धर्म दी। प्रगट भए गुरु तेग बहादुर सगल सृष्ट पै ढाकी चादर, कर्म धर्म की जिन पत राखी, अटल करी कल युग में साखी। सगल सृष्ट जांका जस भयो, जें ते सर्ब धर्म बचायो। क्योंकि तब ते घटी पातशाही दिल्ली, तब ते तुरक कला भई ढिली। जिस दिन तो गुरु तेग बहादुर साहब ने यह ऐलान कर दिता कि असीं मजलूमां दी रक्षा करांगे, उस दिन तो ही जुलमियां हुकूमत दीयां जड़ां जिहड़ियां सन वो हिल गईयां। ते अज भी जदों कोई इनकलाब आउंदा, कोई अंदोलन शुरू हुंदा, समा जरूर लगदा है, पर इहो जे जदों अंदोलन शुरू हुंदे ने ते सचमुच जुलमियां हुकूमत दीयां जड़ां उखेड़न दा सबब बनदे ने। सैकड़े साल तो डूंघियां जड़ां इस भारत वर्ष विच मुगलिया हुकूमत दीयां लगियां होईयां सन। पर जदों जुलम शिखर ते पहुंच गया ते ओ जुलम ही कारण बनया उन्हां दीयां जड़ां उखेड़न दा। सतगुरु गुरु तेग बहादुर साहब जी ने हिंदू धर्म की डुबदी हुई बेड़ी नूं भी पार कीता ते अपने सीस दा जिहड़ा चप्पू सी वो लाया। खुद नूं संकट विच पा के दूजियां दा संकट मेरे सतगुरु जी ने हल कीता। तीसरा बचन गुरु तेग बहादुर साहब प्रश्न करते ने कि जदों साडी जीवन रूपी बेड़ी नूं खतरा बन जावे, क्योंकि गुरबाणी दे विच बार बार ये दृढ़ कराया गया, हम डोलत बेड़ी पाप भरी, पवन लगे मत जाए। गुर तार तार नहारिया, बाज गुरु डुब्बा जग सारा। बाबा देखे ध्यान तर जलती, सब पृथ्वी दिस आई। बाजों गुरु गुबार है करदी सुनी लुकाई। बाबे भेख बनाया उदासी की रीत चलाई। चढ़िया सोधन धरत लुकाई। जदों सतगुरु ध्यान ला के वेखदे ने ते समुची लुकाई सड़दी बलदी नजर आई। सारा संसार भव सागर दे विच डुबदा होया नजर आया। ते सतगुरु जी ने एक जहाज वत हो के कल युग बाबे तारिया। सतनाम पढ़ मंत्र सुनाया, कल तारन गुरु नानक आया। हुण गुरु नानक दी जोत दसां जामियां दे विच विचरी ते सतगुरु जी भव सागर तो पार होण दा ढंग तरीका जुगती सानू दसदे ने। नानक भौजल पार परे जो गावे प्रभ के गीत। जिहड़े प्रभु दे गीत गाउणगे, जिहड़े प्रभु दी वडियाई करनगे, वो इस भव सागर तो पार होणगे। आ दुनियावी बीजे वजदे होण, अश्लील गीत चलदे होण ते समझ लो साडी जीवन रूपी बेड़ी डुब्बण वाले पासे जा रही है। ते जे किते कीर्तन दरबार हो रहा होवे, साडे घरां दे विच गुरु की बाणी दे सोहले गाए जा रहे होण ते सचमुच इंज लगेगा जिवें साडी जीवन रूपी बेड़ी नूं कोई सहारा मिल रहा है। साडी जीवन रूपी बेड़ी जिहड़ी है वो पार लग रही है। जदों सतगुरु जी ने रंगां तमाशिਆਂ ਦਾ ਜ਼ਿਕਰ ਕੀਤਾ ना, जिथे दुनियावी रंग तमाशिਆਂ ਦੀ गल आई, उत्थे बचन कह दिते, रंग तमाशे बहु विधि चाए लग रहिया। चेतना आयो पार ब्रह्म सर्प की जून गया। पर जिन्हों परमेश्वर का रंग लग जावे, उहदे बारे फिर आख्या कि जाको हर रंग लागो इस युग में सो कईयत है सूरा। तथा जदों परमेश्वर दे नाम दा रंग लगे, स्वस्थ व्यवस्था हर की सेवा। मध्यंत प्रभ जापन नानक रंग लगा परमेश्वर, बहुड़ जन्म ना छापन। भाई लखी शाह वणजारे नूं गुरु दे प्रेम दा ही रंग लगा सी ना,
ਤੇ ਸਾਨੂੰ ਅਜੇ ਨਹੀਂ ਲੱਗਾ ਫਰਕ ਕੀ ਹੈ। ਗ੍ਰੰਥੀ ਸਿੰਘਾਂ ਨੂੰ ਪ੍ਰੇਰਨਾ ਕਰਦੇ ਸਨ ਭਾਈ ਸਾਹਿਬ ਜੀ, ਔਰ ਚਾਹੀਦਾ ਵੀ ਹੈ, ਕਿਉਂਕਿ ਇੱਕ ਦੂਜੇ ਤੋਂ ਪ੍ਰੇਰਨਾ ਲੈ ਕੇ ਸਾਨੂੰ ਗੁਰਮਤਿ ਦੀ ਜਿਹੜੀ ਸੋਝੀ ਹੈ ਉਹ ਪ੍ਰਾਪਤ ਹੋਣੀ ਹੈ। ਤੇ ਮੈਂ ਇੰਨੀ ਬੇਨਤੀ ਕਰਾਂਗਾ ਆਪਣੇ ਗ੍ਰੰਥੀ ਸਿੰਘ ਵੀਰਾਂ ਨੂੰ ਕਿ ਅੱਜ ਜਦੋਂ ਕਿਸੇ ਦੇ ਘਰ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ ਤੇ ਸਮਾਂ ਨਾ ਵੇਖਿਆ ਕਰੋ, ਵੀ ਇਹ ਨਾ ਹੋਵੇ ਕਿ ਜੇ ਖੁਸ਼ੀ ਦਾ ਸਮਾਂ ਤੇ ਤੁਸੀਂ ਕਹੋ ਵੀ ਸੋਠ ਮਹੱਲਾ ਪੰਜਵਾਂ ਗੁਰਪੂਰੈ ਕਿਰਪਾ ਧਾਰੀ ਆਪਾਂ ਇਹ ਹੁਕਮਨਾਮਾ ਕੱਢਣਾ, ਤੇ ਜੇ ਕਿਸੇ ਦੀ ਅੰਤਮ ਅਰਦਾਸ ਹੈ ਤੇ ਫਿਰ ਸੋਠ ਮਹੱਲਾ ਨਾਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਨਹੀਂ, ਹੁਕਮਨਾਮਾ ਉਹ ਜਿਹੜਾ ਆਵੇ, ਤੇ ਹਰ ਹੁਕਮਨਾਮੇ ਸਾਹਿਬ ਦੇ ਵਿੱਚ ਹਰ ਸ਼ਬਦ ਦੇ ਵਿੱਚ ਦੁੱਖ ਤੇ ਸੁੱਖ, ਜਨਮ ਤੇ ਮਰਨ ਤੇ ਸਮੁੱਚੇ ਜੀਵਨ ਦੀ ਗੱਲ ਕੀਤੀ ਗਈ। ਹੁਣ ਵੇਖੋ, ਬੱਚੇ ਦਾ ਆਪਾਂ ਵਿਆਹ ਰੱਖਿਆ ਘਰ ਵਿੱਚ, ਅਖੰਡ ਪਾਠ ਸ਼ੁਰੂ ਹੋ ਗਿਆ। ਜਦੋਂ ਅਖੰਡ ਪਾਠ ਸਾਹਿਬ ਦਾ ਪ੍ਰਵਾਹ ਚੱਲਣਾ ਹੈ ਤੇ 16 ਸਾਹਿਬ ਵੀ ਪੜਿਆ ਜਾਣਾ ਹੈ, ਅਲਾਣੀਆਂ ਵੀ ਪੜੀਆਂ ਜਾਣੀਆਂ ਨੇ, ਸੱਦ ਵੀ ਪੜੀ ਜਾਣੀ, ਤੇ ਦੂਸਰੇ ਪਾਸੇ ਬਜ਼ੁਰਗ ਚੜ੍ਹਾਈ ਕਰ ਗਏ ਨੇ ਤੇ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਵਾਹ ਚੱਲ ਰਿਹਾ। ਘੋੜੀਆਂ, ਲਾਵਾਂ, ਆਨੰਦ ਸਾਹਿਬ, ਇਹ ਤਾਂ ਉਦੋਂ ਵੀ ਪੜਿਆ ਜਾਣਾ। ਜਦੋਂ ਵੀ ਨਵੇਂ ਘਰ ਦਾ ਉਦਘਾਟਨ ਕਰੋ, ਘਰ ਵਿੱਚ ਕੋਈ ਖੁਸ਼ੀ ਗਮੀ ਦਾ ਕਾਰਜ ਹੋਵੇ, ਜਿਹੜਾ ਹੁਕਮਨਾਮਾ ਆਵੇ ਉਹਨੂੰ ਸੀਸ ਨਵਾਇਆ ਕਰੋ। ਔਰ ਸੱਚ ਇਹ ਹੈ ਕਿ ਆਪਾਂ ਕਹਿੰਦੇ ਆ ਭਾਈ ਸਾਹਿਬ ਜੀ ਘਰ ਨਵਾਂ ਬਣਾਇਆ, ਚੰਗਾ ਜਿਹਾ ਹੁਕਮਨਾਮਾ ਲਿਓ, ਵੇਖਿਓ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚੋਂ ਨਾ ਹੁਕਮਨਾਮਾ ਲੈ ਲਿਓ। ਪਰ ਭਾਈ ਲੱਖੀ ਸ਼ਾਹ ਵਣਜਾਰਾ ਗੁਰੂ ਦੇ ਰੰਗ ਵਿੱਚ ਰੰਗਿਆ ਸੀ, ਘਰ ਨੂੰ ਅੱਗ ਲਾ ਦਿੱਤੀ, ਦੱਸ ਦਿੱਤਾ ਕਿ ਘਰ ਗੁਰੂ ਤੋਂ ਕੁਰਬਾਨ ਕੀਤਾ ਜਾ ਸਕਦਾ ਹੈ, ਪਰ ਘਰ ਦੀ ਖੁਸ਼ੀ ਲਈ ਗੁਰੂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਹਦੇ ਤੋਂ ਵੱਡਾ ਗੁਨਾਹ ਹੋਰ ਕੋਈ ਨਹੀਂ। ਅੱਜ ਵੀ ਲੋੜ ਹੈ ਕਿ ਜਿੱਥੇ ਅਸੀਂ ਪੜ੍ਹਦੇ ਹਾਂ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਈ। ਨਵਾਂ ਘਰ ਬਣਾਓ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿਮਰੋ। ਜਿਸ ਘਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬੋਲੇ ਉਸ ਘਰ ਵਿੱਚ ਬਰਕਤਾਂ ਆਉਣਗੀਆਂ। ਇਹ ਸੱਚ ਜੇ। ਤੇਗ ਬਹਾਦਰ ਬੋਲਿਆ ਧਰ ਪਈਆ ਧਰਮ ਨਾ ਛੋਡੀਐ, ਬਾਹਾਂ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹਾਂ ਨਾ ਛੋਡੀਐ। ਗੁਰੂ ਤੇਗ ਬਹਾਦਰ ਸਾਹਿਬ ਜਿਹਦੀ ਬਾਹ ਪਕੜ ਲੈਂਦੇ ਨੇ, ਸਿਰ ਤਾਂ ਦੇ ਦਿੰਦੇ ਨੇ, ਪਰ ਪਕੜੀ ਹੋਈ ਬਾਹ ਨੂੰ ਛੱਡ ਕੇ ਕਿਸੇ ਨੂੰ ਧੋਖਾ ਨਹੀਂ ਦਿੰਦੇ, ਕਿਉਂਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਬਿਰਧ ਹੈ ਕਿ ਉਹਨਾਂ ਨੇ ਜਿਸ ਦੇ ਨੂੰ ਜਿਹੜਾ ਵੀ ਸ਼ਰਨ ਵਿੱਚ ਆਇਆ, ਜਿਹਨੂੰ ਵੀ ਸਹਾਰਾ ਦਿੱਤਾ, ਤੇ ਉਹਦੇ ਬਦਲੇ ਜੇ ਆਪਣਾ ਬਲੀਦਾਨ ਵੀ ਦੇਣਾ ਪਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਲੀਦਾਨ ਦੇ ਦਿੱਤਾ, ਆਪਣਾ ਆਪ ਕੁਰਬਾਨ ਕਰ ਦਿੱਤਾ, ਆਪਣੇ ਆਪ ਨੂੰ ਖੁਦ ਸੰਕਟ ਵਿੱਚ ਪਾ ਕੇ ਦੂਜਿਆਂ ਨੂੰ ਸੰਕਟ ਵਿੱਚੋਂ ਕੱਢਿਆ। ਉਹਨਾਂ ਦੇ ਜਿਹੜੇ 59 ਸ਼ਬਦ ਨੇ, ਉਹਨਾਂ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਐਨਸ ਭਾਗੋ। ਤਿਆਗਣਾ ਕੀ ਆ? ਸਾਹਿਬ ਕਹਿੰਦੇ ਘਰ ਨਹੀਂ ਤਿਆਗਣਾ, ਬੱਚੇ ਨਹੀਂ ਤਿਆਗਣੇ, ਹਾਂ ਜੇ ਲੋੜ ਪਵੇ ਤੇ ਕਿਸੇ ਸਥਾਨ ਨਾਲ ਪਕੜ ਵੀ ਨਹੀਂ ਰੱਖਣੀ। ਪੜੋ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ। ਜੇ ਲੋੜ ਪਈ ਤੇ ਅੰਮ੍ਰਿਤਸਰ ਸਾਹਿਬ ਛੱਡ ਕੇ ਬਾਬਾ ਬਕਾਲਾ ਸਾਹਿਬ ਚਲੇ ਗਏ, ਜੇ ਲੋੜ ਪਈ ਤੇ ਬਾਬਾ ਬਕਾਲਾ ਸਾਹਿਬ ਛੱਡ ਕੇ ਆਨੰਦਪੁਰ ਸਾਹਿਬ ਚਲੇ ਗਏ, ਜੇ ਲੋੜ ਪਈ ਤੇ ਸਤਿਗੁਰੂ ਜੀ ਨੇ ਆਪਣਾ ਤਨ ਤੱਕ ਵੀ ਤਿਆਗ ਦਿੱਤਾ। ਦੱਸ ਦਿੱਤਾ ਹਿੰਦੁਸਤਾਨ ਦੇ ਫਲਸਫੇ ਨੂੰ ਕਿ ਤਿਆਗ ਦਾ ਭਾਵ ਘਰ ਤਿਆਗਣਾ, ਬੱਚੇ ਤਿਆਗਣੇ, ਕਿਰਤ ਤਿਆਗਣੀ ਨਹੀਂ। ਜੇ ਲੋੜ ਪਵੇ ਤੇ ਮਜਲੂਮਾਂ ਦੀ ਖਾਤਰ ਆਪਣਾ ਤਨ ਤੱਕ ਵੀ ਤਿਆਗ ਦਿਓ। ਇਹੋ ਜਿਹੇ ਤਿਆਗੀ ਕਿੰਨੇ ਹੋਣਗੇ ਜਿਨ੍ਹਾਂ ਨੇ ਘਰ ਛੱਡ ਕੇ ਜੰਗਲਾਂ ਵਿੱਚ, ਪਰਬਤਾਂ ਵਿੱਚ ਨਿਵਾਸ ਕੀਤਾ ਹੋਵੇਗਾ। ਪਰ ਕਸ਼ਮੀਰੀ ਪੰਡਤਾਂ ਦੀ ਫਰਿਆਦ ਨੂੰ ਕਿਸੇ ਨੇ ਨਹੀਂ ਸੁਣਿਆ, ਕਿਉਂਕਿ ਘਰ ਤਿਆਗਿਆ ਜਾ ਸਕਦਾ, ਬੱਚੇ ਤਿਆਗੇ ਜਾ ਸਕਦੇ ਨੇ, ਧੰਦਾ ਤਿਆਗਿਆ ਜਾ ਸਕਦਾ, ਪਰ ਸਰੀਰ ਤਿਆਗਣ ਨੂੰ ਕਿਹਦਾ ਚਿੱਤ ਕਰਦਾ? ਉਹ ਤੇ ਗੁਰੂ ਤੇਗ ਬਹਾਦਰ ਸਾਹਿਬ ਹੀ ਤਿਆਗ ਸਕਦੇ ਨੇ। ਸਾਹਿਬ ਕਹਿੰਦੇ ਆ ਜੇ ਤਿਆਗ, ਇਹ ਤਿਆਗ ਆਪਣੀ ਜ਼ਿੰਦਗੀ ਵਿੱਚ ਕਰੋ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੱਸ ਦਿੱਤਾ ਵੀ ਏਡਾ ਵੱਡਾ ਤਿਆਗ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਤੁਸੀਂ ਝਾਤ ਮਾਰੋਗੇ, ਜਿੱਥੇ ਉਹਨਾਂ ਦੀ ਬਾਣੀ ਵਿੱਚ ਤਿਆਗ, ਵੈਰਾਗ ਤੇ ਅਨੁਰਾਗ ਭਾਵ ਪ੍ਰਭੂ ਪ੍ਰੀਤ, ਪ੍ਰਭੂ ਪ੍ਰੇਮ ਦਾ ਵਿਸ਼ਾ ਭਰਪੂਰ ਹੈ, ਉੱਥੇ
ਕੋਈ ਕਿਤੇ ਭੁਲੇਖਾ ਨਾ ਖਾ ਜਾਵੇ ਕਿ ਸ਼ਾਇਦ ਇਹ ਤਿਆਗ ਜੋਗੀਆਂ ਵਾਂਗ ਘਰ ਛੱਡਣ ਦੀ ਪ੍ਰੇਰਣਾ ਕਰਦਾ ਹੈ। ਸਗੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ, ਜਾਂਕੋ ਜੋਗੀ ਖੋਜਤ ਹਾਰੇ ਪਾਇਓ ਨਾਹੇ ਤੇ ਪਾਰਾ, ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ। ਜੇ ਲੋੜ ਪਈ ਤੇ ਹਿੰਦੂ ਮਜਲੂਮਾਂ ਵਾਸਤੇ ਆਪਣਾ ਤਨ ਤੱਕ ਤਿਆਗ ਦਿੱਤਾ, ਪਰ ਉਹਨਾਂ ਦੀ ਵਿਚਾਰਧਾਰਾ ਨਾਲ ਗੁਰੂ ਤੇਗ ਬਹਾਦਰ ਸਾਹਿਬ ਸਹਿਮਤ ਨਹੀਂ ਸਨ। ਉਹਨਾਂ ਦੀ ਵਿਚਾਰਧਾਰਾ ਸੀ ਕਿ ਘਰ ਛੱਡ ਕੇ ਜੰਗਲਾਂ ਵਿੱਚ ਜਾਓ, ਪਰ ਗੁਰੂ ਤੇਗ ਬਹਾਦਰ ਸਾਹਿਬ ਕਿੰਨੇ ਸਟਿਕਟ ਨੇ। ਉਹਨਾਂ ਨੇ ਬਚਨ ਕਹੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਕਾਹਦੇ ਲਈ ਘਰ ਛੱਡ ਕੇ ਜੰਗਲਾਂ ਵਿੱਚ ਜਾਂਦੇ ਹੋ? ਉਹ ਸਰਬ ਵਿਆਪਕ ਪਰਮਾਤਮਾ ਤੇ ਤੁਹਾਡੇ ਅੰਗ ਸੰਗ ਹੈ। ਉਹ ਘਰਾਂ ਵਿੱਚ ਵੀ ਵਸਦਾ ਹੈ, ਉਹ ਹਿਰਦਿਆਂ ਵਿੱਚ ਵੀ ਵਸਦਾ ਹੈ। ਸਾਹਿਬ ਕਹਿੰਦੇ, ਜੇ ਤਿਆਗਣਾ ਹੈ ਤੇ ਆਪਣੀ ਜ਼ਿੰਦਗੀ ਵਿੱਚੋਂ ਔਗਣਾਂ ਦਾ, ਬੁਰਾਈਆਂ ਦਾ, ਵਿਸ਼ੇ ਵਿਕਾਰਾਂ ਦਾ ਤਿਆਗ ਕਰੋ। ਤੇ ਜਦੋਂ ਇਹਨਾਂ ਨੂੰ ਅੰਦਰੋਂ ਤਿਆਗ ਦਿੱਤਾ ਤੇ ਫਿਰ ਧਾਰਨ ਕੀ ਕਰਨਾ ਹੈ? ਰਾਮ ਨਾਮ ਉਰ ਮੈਂ ਗਹਿਓ, ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਧਾਰਨ ਕਰੋ। ਭਾਵ ਮਨ ਕੀ ਮਤ ਤਿਆਗੋ, ਹਰ ਜਨ ਇਹਾ ਬਾਤ ਕਠੈਨੀ, ਅਨ ਦਿਨ ਹਰ ਹਰ ਨਾਮ ਧਿਆਵੋ, ਗੁਰ ਸਤਿਗੁਰ ਕੀ ਮਤ ਲੈਣੀ। ਹੁਣ ਧਰਮ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਦ੍ਰਿੜ ਕਰਾਇਆ ਕਿ ਜਿਹਦੇ ਨਾਲ ਅਸੀਂ ਭਵ ਸਾਗਰ ਨੂੰ ਤਰਨਾ ਹੈ, ਉਹ ਧਰਮ ਕੀ ਹੈ? ਉਹਦੇ ਬਾਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਸਪਸ਼ਟ ਕੀਤਾ, ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ, ਜਾਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸਾ ਮਨਮੰਗ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਸਾਹਿਬ ਜੀ ਨੇ ਆਖਿਆ ਸੀ, ਅਸੀਂ ਧਰਮੀਆਂ ਦਾ, ਕਿਰਤੀਆਂ ਦਾ, ਇਮਾਨਦਾਰਾਂ ਦਾ, ਮਜਲੂਮਾਂ ਦਾ ਸਾਥ ਦੇਣ ਆਏ ਆ, ਸੰਤ ਸਭਾ ਨੂੰ ਉਭਾਰਨ ਆਏ ਆ, ਤੇ ਜਿਹੜੇ ਜ਼ਾਲਮ ਨੇ, ਜਿਹੜੇ ਦੁਸ਼ਟ ਨੇ, ਜਿਹੜੇ ਕਬੁੱਧ ਦੇ ਧਾਰਨੀ ਨੇ, ਉਹਨਾਂ ਨੂੰ ਖਦੇੜਨ ਲਈ ਆਏ। ਪਟਨਾ ਸਾਹਿਬ ਦੇ ਨਵਾਬ ਦੀ ਸਵਾਰੀ ਆ ਰਹੀ ਸੀ ਨਾ, ਤੇ ਲੋਕ ਡਰੇ ਹੋਏ ਆਪ ਵੀ ਲਾਈਨ ਵਿੱਚ ਖੜੇ ਤੇ ਆਪਣੇ ਬੱਚਿਆਂ ਨੂੰ ਵੀ ਲਾਈਨ ਵਿੱਚ ਖੜੇ ਹੋ ਕੇ ਕਹਿੰਦੇ ਸਨ ਵੀ ਪਟਨੇ ਦੇ ਨਵਾਬ ਨੂੰ ਤੁਸੀਂ ਸਲਾਮ ਕਰੋ। ਬਾਲਕ ਗੋਬਿੰਦ ਰਾਏ ਜੀ ਨੇ ਧਰਮ ਦ੍ਰਿੜ ਕਰਾਇਆ, ਕਹਿਣ ਲੱਗੇ, ਜਿਹੜੇ ਰਾਜੇ ਪ੍ਰਜਾ ਦੇ ਪ੍ਰਤੀ ਵਫਾਦਾਰ ਨੇ, ਕਿਉਂਕਿ ਭਾਈ ਗੁਰਦਾਸ ਜੀ ਦੇ ਵੀ ਬਚਨ ਨੇ, ਜੈਸੇ ਰਾਜਾ ਧਰਮ ਸਰੂਪ ਰਾਜਨੀਤੀ ਵਿਖੈ, ਤਾਂਕੇ ਗਾਉ ਪ੍ਰਜਾ ਬਸਤ ਸੁਖ ਪਾਇਕੈ। ਰਾਏ ਬੁਲਾਰ ਵਰਗੇ, ਮਹਾਰਾਜਾ ਸ਼ਿਵਨਾਭ ਵਰਗੇ, ਅਸਾਮ ਦੇ ਰਾਜੇ ਰਤਨ ਰਾਏ ਵਰਗੇ, ਇਹੋ ਜਿਹੇ ਰਾਜਿਆਂ ਦਾ ਸਤਿਕਾਰ ਹੈ। ਪਰ ਜਿਹੜੇ ਰਾਜੇ ਪ੍ਰਜਾ ਨੂੰ ਖਾਣ ਲੱਗ ਪੈਣ, ਪ੍ਰਜਾ ਨੂੰ ਮਕਾਉਣ ਲੱਗ ਪੈਣ, ਪ੍ਰਜਾ ਤੇ ਜ਼ੁਲਮ ਕਰਨ ਲੱਗ ਪੈਣ, ਇਹੋ ਜਿਹੇ ਰਾਜਿਆਂ ਦਾ ਕੋਈ ਸਤਿਕਾਰ ਨਹੀਂ। ਮੇਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਬਚਪਨ ਵਿੱਚ ਪਟਨਾ ਸਾਹਿਬ ਦੀ ਧਰਤੀ ਤੇ ਨਾ ਆਪ ਸਲਾਮ ਕੀਤਾ ਤੇ ਨਾ ਬੱਚਿਆਂ ਨੂੰ ਕਰਨ ਦਿੱਤਾ। ਤੇ ਜਿਹੜੇ ਕੱਚੇ ਪਿੱਲੇ ਸਨ, ਉਹਨਾਂ ਨੇ ਇਕੱਠੇ ਹੋ ਕੇ ਇੱਕ ਪੱਤਰ ਲਿਖਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿ ਆਪਣੇ ਸਾਹਿਬਜ਼ਾਦੇ ਨੂੰ ਸਮਝਾਓ, ਇਹਨਾਂ ਨੇ ਆਪ ਵੀ ਪਟਨੇ ਦੇ ਨਵਾਬ ਨੂੰ ਸਲਾਮ ਨਹੀਂ ਕੀਤਾ ਤੇ ਬੱਚਿਆਂ ਨੂੰ ਵੀ ਨਹੀਂ ਕਰਨ ਦਿੱਤਾ। ਹੁਣ ਗੁਰੂ ਤੇਗ ਬਹਾਦਰ ਸਾਹਿਬ ਅੱਗੋਂ ਮੋੜਵਾਂ ਉੱਤਰ ਦਿੰਦੇ ਨੇ, ਪੱਤਰ ਲਿਖਦੇ ਨੇ, ਗੋਬਿੰਦ ਜੋ ਕੀਆ ਸੋ ਭਲਾ ਕੀਆ। ਅੱਜ ਵੀ ਇੰਜ ਨਹੀਂ ਲੱਗ ਰਿਹਾ ਕਿ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਕਿ ਕਿਸਾਨ ਜੋ ਕਰ ਰਹੇ ਨੇ ਉਹ ਭਲਾ ਕਰ ਰਹੇ ਨੇ ਤੇ ਦੇਸ਼ ਦਾ ਹਾਕਮ ਜਿਹੜਾ ਉਹ ਜ਼ੁਲਮ ਕਰ ਰਿਹਾ। ਕਿਉਂਕਿ ਗੁਰੂ ਮਜਲੂਮਾਂ ਵੱਲ ਖੜਦਾ, ਗੁਰੂ ਕਿਰਤੀਆਂ ਵੱਲ ਖੜਦਾ, ਗੁਰੂ ਇਮਾਨਦਾਰੀ ਵਾਲੇ ਪਾਸੇ ਖੜਦਾ। ਤੇ ਜੇ ਕੋਈ ਧੱਕੇ ਨਾਲ, ਕੋਈ ਜ਼ੁਲਮ ਨਾਲ ਆਪਣੀ ਹੀ ਪ੍ਰਜਾ ਨੂੰ ਜ਼ੁਲਮ ਤੇ ਤਸ਼ੱਦਦ ਦਾ ਸ਼ਿਕਾਰ ਬਣਾਵੇਂ, ਕਿਉਂਕਿ ਰਾਜੇ ਵਾਸਤੇ ਭਾਵੇਂ ਕੋਈ 5 ਲੱਖ ਹੋਵੇ ਤੇ ਭਾਵੇਂ ਕੋਈ ਗਿਣਤੀ 1 ਜਾਂ 2 ਹੋਵੇ, ਰਾਜਾ ਸਾਰਿਆਂ ਲਈ ਸਾਂਝਾ ਹੁੰਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਇੱਕ ਗਰੀਬ ਔਰਤ ਆਪਣੇ ਬੱਚੇ ਨੂੰ ਲੋਰੀ ਦੇ ਕੇ ਸਵਾ ਰਹੀ ਸੀ ਤੇ ਝੁੱਗੀ ਵਿੱਚੋਂ ਆਵਾਜ਼ ਆ ਰਹੀ ਸੀ, ਕਹਿ ਰਹੀ, ਆਕੜ ਵੇ ਆਕੜ ਪੁੱਤਰਾ, ਆਕੜ ਵੇ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਕੌਰ ਤੇਰੀ ਦਾਈ, ਮਹਿਤਾਬ ਕੌਰ ਦੌੜੀ ਦੌੜੀ ਆਈ। ਤੇ ਕਿਸੇ ਨੇ ਜਾ ਕੇ ਸ਼ਿਕਾਇਤ ਕਰ ਦਿੱਤੀ ਵੀ ਇੱਕ ਝੁੱਗੀ ਵਿੱਚ ਇੱਕ ਗਰੀਬ ਔਰਤ ਮਹਾਰਾਜਾ ਸਾਹਿਬ ਤੁਹਾਨੂੰ ਇਵੇਂ ਕਹਿ ਰਹੀ ਹੈ ਵੀ ਰਣਜੀਤ ਸਿੰਘ ਤੇਰਾ ਚਾਕਰ ਹੈ ਤੇ ਸਦਾ ਕੌਰ ਤੇਰੀ ਦਾਈ ਹੈ ਤੇ ਮਹਿਤਾਬ ਕੌਰ ਦੌੜ ਦੌੜ ਕੇ ਤੇਰੇ ਲਈ ਕੁਝ ਨਾ ਕੁਝ ਲਿਆ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਉਸ ਔਰਤ ਨੂੰ ਸਜ਼ਾ ਦੇਣ ਦੀ ਬਜਾਏ, ਉਹਦੇ ਤੇ ਨਿਰਾਸ਼ ਹੋਣ ਦੀ ਬਜਾਏ
ਖੁਸ਼ ਹੋ ਕੇ ਆਖਿਆ ਵੀ ਜੇ ਮੇਰੇ ਰਾਜ ਭਾਗ ਵਿੱਚ ਇੱਕ ਝੁੱਗੀ ਵਾਲੀ ਗਰੀਬ ਔਰਤ ਵੀ ਇੰਨੀ ਦ੍ਰਿੜਤਾ ਰੱਖਦੀ ਹੈ, ਇੰਨੀ ਨਿਡਰ ਹੈ, ਤੇ ਮੈਨੂੰ ਇੰਜ ਲੱਗਦਾ ਵੀ ਮੇਰਾ ਰਾਜ ਭਾਗ ਸਫਲ ਹੈ। ਇਹ ਨਹੀਂ ਕਿਹਾ ਵੀ ਇਹ ਬਗਾਵਤ ਕਰ ਰਹੀ ਹੈ ਜਾਂ ਇਹ ਗਿਣਤੀ ਵਿੱਚ ਇੱਕ ਦੋ ਨੇ, ਇਹ ਗਰੀਬ ਨੇ। ਰਾਜਾ ਸਾਰਿਆਂ ਲਈ ਸਾਂਝਾ ਹੁੰਦਾ ਹੈ। ਤੇ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੱਤਰ ਲਿਖਿਆ, ਕਹਿਣ ਲੱਗੇ ਗੋਬਿੰਦ ਜੋ ਕੀਆ ਸੋ ਭਲਾ ਕੀਆ, ਅਵਲ ਤੋਂ ਸਰਕਾਰੀ ਅਹਿਲਕਾਰ ਕੋ ਸਲਾਮ ਨਹੀਂ ਕਹਿਣਾ, ਘਰ ਆਏ ਬੈਠੇ ਤੋ ਬੇਨਤੀ ਦੇਣੀ ਸਰਹੰਦੀ ਨਹੀਂ। ਪਹਿਲੀ ਗੱਲ ਤੇ ਇਹੋ ਜਿਹੇ ਹਾਕਮ ਆ ਜਾਣ ਤੇ ਉਹਨਾਂ ਨੂੰ ਸਲਾਮ ਨਹੀਂ ਕਰਨਾ, ਤੇ ਜੇ ਫਿਰ ਵੀ ਆ ਜਾਣ ਤੇ ਉਹਨਾਂ ਨੂੰ ਪੈਂਦ ਵਾਲੇ ਪਾਸੇ ਬਿਠਾਉਣਾ, ਸਰਾਣੇ ਵਾਲੇ ਪਾਸੇ ਨਹੀਂ। ਕਿਉਂਕਿ ਜਿਹੜੇ ਜ਼ਾਲਮ ਹੋਣ ਉਹਨਾਂ ਦਾ ਕੋਈ ਕਿਸੇ ਤਰ੍ਹਾਂ ਦਾ ਸਤਿਕਾਰ ਜਿਹੜਾ ਹੈ ਉਹ ਨਹੀਂ ਕਰਨਾ ਚਾਹੀਦਾ। ਇਹੀ ਕਾਰਨ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੱਕ ਭਾਵੇਂ ਬਾਬਰ ਦੀ ਹਵਾਲਾਤ ਆਈ, ਭਾਵੇਂ ਜਹਾਂਗੀਰ ਦੀ ਲਾਹੌਰ ਦੀ ਤੱਤੀ ਤਵੀ ਆਈ, ਚਾਹੇ ਦਿੱਲੀ ਦਾ ਚਾਂਦਨੀ ਚੌਂਕ ਆਇਆ, ਚਾਹੇ ਸਰਸਾ ਦਾ ਕੰਢਾ, ਚਮਕੌਰ ਦੀ ਗੜੀ, ਸਰਹੰਦ ਦੀ ਦੀਵਾਰ, ਭਾਵੇਂ ਖਿਦਰਾਣੇ ਦੀ ਢਾਬ, ਤੇ ਬਾਅਦ ਵਿੱਚ ਜ਼ਕਰੀਆ ਖਾਨ ਦੇ ਆਰੇ, ਮੀਰ ਮਨੂ ਦੀ ਦਾਤਰੀ, ਤੋਪਾਂ ਤੇ ਟੈਂਕ ਚੜ ਕੇ ਆਏ। ਹਰ ਵਾਰ ਸਚਿਆਰ ਇਹੀ ਦੱਸਦੇ ਰਹੇ ਕਿ ਅਸੀਂ ਆਪਣਾ ਆਪ ਮਿਟਾ ਕੇ ਸੱਚ ਤੇ ਹੱਕ ਦੀ ਪਹਿਰੇਦਾਰੀ ਕਰਾਂਗੇ, ਔਰ ਸੱਚ ਦੀ ਅਜ਼ਮਤ ਨੂੰ ਬੁਲੰਦ ਰੱਖਣ ਵਾਸਤੇ ਜੇ ਆਪਣਾ ਆਪ ਕੁਰਬਾਨ ਵੀ ਕਰਨਾ ਪਿਆ ਤੇ ਮੇਰੇ ਸਤਿਗੁਰੂ ਜੀ ਨੇ ਸਰਬੰਸ ਤੱਕ ਕੁਰਬਾਨ ਕਰ ਦਿੱਤਾ। ਅਸਲ ਵਿੱਚ ਇਹੀ ਧਰਮ ਸੀ ਜਿਹਦੇ ਬਾਰੇ ਉਹਨਾਂ ਬਚਨ ਕਹੇ, ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ। ਕਦੇ ਤੱਕੋ ਆਨੰਦਪੁਰ ਸਾਹਿਬ ਦੀ ਧਰਤੀ, ਬਾਲਕ ਗੋਬਿੰਦ ਰਾਏ ਜੀ ਦੀ ਉਮਰ 9 ਸਾਲ ਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਨੂੰ ਸ਼ਹਾਦਤ ਦੇਣ ਲਈ ਤੁਰਨ ਲੱਗੇ। ਆਪਣੇ ਛੋਟੇ ਛੋਟੇ ਬੱਚਿਆਂ ਵੱਲ ਝਾਤ ਮਾਰੋ ਵੀ ਜਦੋਂ ਘਰ ਤੋਂ ਆਪਾਂ ਤੁਰਨ ਲੱਗਦੇ ਆ ਨਾ, ਤੇ ਛੋਟਾ ਜਿਹਾ ਬੱਚਾ ਅੱਗੇ ਹੋ ਕੇ ਕਹਿੰਦਾ, ਪਾਪਾ ਜਿੱਧਰ ਚੱਲੇ ਹੋ ਉਧਰੋਂ ਕਦੋਂ ਆਵੋਗੇ? ਤੇ ਆਪਾਂ ਕਹਿੰਦੇ ਆ ਵੀ ਸ਼ਾਮ ਨੂੰ ਆ ਜਾਵਾਂਗੇ, ਕੱਲ ਆ ਜਾਵਾਂਗੇ। ਕੋਈ ਕਹਿੰਦਾ ਮੈਂ 2 ਦਿਨ ਲਾ ਕੇ ਆਵਾਂਗਾ, ਕੋਈ ਇਹ ਕਹਿੰਦਾ ਮੈਂ ਮਹੀਨੇ ਬਾਅਦ, ਜੇ ਕੋਈ ਵਿਦੇਸ਼ ਰਹਿੰਦਾ ਉਹ ਕਹਿੰਦਾ ਮੈਂ ਸਾਲ ਬਾਅਦ ਪਰਤ ਆਵਾਂਗਾ। ਤੇ ਫਿਰ ਵੀ ਉਹ ਬੱਚਾ ਅੱਗੇ ਹੋ ਕੇ ਲੱਤਾਂ ਨੂੰ ਚਿੰਬੜਦਾ, ਰਾਹ ਰੋਕਦਾ, ਬਾਰ-ਬਾਰ ਲਾਡ ਲਡਾਉਂਦਾ ਵੀ ਮੇਰੇ ਪਿਤਾ ਜੀ ਘਰੋਂ ਨਾ ਜਾਣ। ਜੇ ਚਾਹੁੰਦੇ ਬਾਲਕ ਗੋਬਿੰਦ ਰਾਏ ਤੇ ਅੱਗੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਕਦਮ ਰੋਕ ਸਕਦੇ ਸਨ। ਪਾਤਸ਼ਾਹ ਜੇ ਤੁਸੀਂ ਸ਼ਹੀਦ ਹੋ ਗਏ, ਜਿੱਧਰ ਚੱਲੇ ਹੋ ਪਰਤ ਕੇ ਨਾ ਆਏ, ਮੈਂ ਤੇ ਯਤੀਮ ਹੋ ਜਾਵਾਂਗਾ। ਪਰ ਧਰਮ ਸੀ ਨਾ, ਇਸ ਕਰਕੇ ਇਹ ਅਨੁਭਵ ਕੀਤਾ ਕਿ ਜੇ ਮੈਂ ਆਪਣੇ ਆਪ ਨੂੰ ਯਤੀਮ ਹੋਣ ਤੋਂ ਬਚਾਇਆ ਤੇ ਕੱਲ ਸੂਰਜ ਚੜ੍ਹਨ ਦੀ ਦੇਰ ਹੈ, ਔਰੰਗਜ਼ੇਬ ਨੇ ਲੱਖਾਂ ਬੱਚੇ ਯਤੀਮ ਕਰ ਦੇਣੇ। ਲੱਖਾਂ ਬੱਚੇ ਯਤੀਮ ਹੋਣ ਤੋਂ ਬਚਣ ਬਾਲਕ ਗੋਬਿੰਦ ਰਾਏ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਜਿਆ। ਮਾਂ ਗੁਜਰੀ ਦਾ ਕੋਈ ਬਦਲ ਸੰਸਾਰ ਵਿੱਚ ਨਹੀਂ ਹੈ। ਜੇ ਚਾਹੁੰਦੇ ਮਾਤਾ ਗੁਜਰ ਕੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕਰ ਸਕਦੇ ਸਨ ਕਿ ਇਹ ਭਾਰਤ ਹੈ, ਇੱਥੇ ਤੇ ਸਦਾ ਸੁਹਾਗਣ ਰਹਿਣ ਦੀਆਂ ਅਸੀਸਾਂ ਦਿੱਤੀਆਂ ਜਾਂਦੀਆਂ ਨੇ। ਇੱਥੇ ਲੋਕੀ ਆਪਣੇ ਸੁਹਾਗ ਨੂੰ ਬਚਾਉਣ ਲਈ ਕਰਮਕਾਂਡ ਕਰਦੇ ਨੇ, ਤੇ ਜੇ ਤੁਸੀਂ ਸ਼ਹੀਦ ਹੋ ਗਏ ਤੇ ਮੇਰੇ ਸੁਹਾਗ ਦਾ ਕੀ ਬਣੇਗਾ? ਪਰ ਪ੍ਰਣਾਮ ਹੈ ਮਾਤਾ ਗੁਜਰੀ ਨੂੰ, ਉਹਨਾਂ ਨੂੰ ਪਤਾ ਸੀ ਜੇ ਮੈਂ ਆਪਣਾ ਸੁਹਾਗ ਬਚਾਇਆ ਤੇ ਕੱਲ ਸੂਰਜ ਚੜ੍ਹਨ ਦੀ ਦੇਰ ਹੈ, ਔਰੰਗਜ਼ੇਬ ਨੇ ਲੱਖਾਂ ਸੁਹਾਗ ਉਜਾੜ ਦੇਣੇ। ਪੁੱਛੋ ਕਦੇ ਪੰਡਤ ਕਿਰਪਾ ਰਾਮ ਨੂੰ ਵੀ ਤੁਸੀਂ ਮਾਤਾ ਨੂੰ ਮੰਨਦੇ ਹੋ, ਕਿਹੜੀ ਮਾਂ ਨੇ ਤੁਹਾਡੀ ਫਰਿਆਦ ਸੁਣੀ? ਤੇ ਪੰਡਤ ਕਿਰਪਾ ਰਾਮ ਕਹੇਗਾ ਮਾਂ ਗੁਜਰੀ ਨੇ। ਸਿੱਖੋ ਤੁਹਾਨੂੰ ਮਾਣ ਹੈ ਕਿ ਤੁਹਾਡੇ ਕੋਲ ਮਾਤਾ ਗੁਜਰੀ ਵਰਗੀ ਮਾਂ ਹੈ, ਜਿਹਦੇ ਵਰਗੀ ਮਾਂ ਸੰਸਾਰ ਵਿੱਚ ਹੋਰ ਕੋਈ ਨਹੀਂ। ਸੱਚਮੁੱਚ ਇਹ ਉਹ ਮਾਂ ਗੁਜਰੀ ਆ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਰਤਾਰਪੁਰ ਸਾਹਿਬ ਦੀ ਜੰਗ ਲੜਦਿਆਂ ਵੇਖਿਆ ਤੇ ਉਸ ਦਿਨ ਤੋਂ ਬਾਅਦ ਇੰਨਾ ਪੱਕਾ ਦ੍ਰਿੜ ਵਿਸ਼ਵਾਸ ਕੀਤਾ ਕਿ ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ, ਖਾਲਸੇ ਦੀ ਸਾਜਨਾ ਹੋਈ, ਰਣਜੀਤ ਨਗਾਰਾ ਵੱਜਿਆ, ਮਸੰਦਾਂ ਦੀ ਵਿਰੋਧਤਾ ਹੋਈ, ਆਨੰਦਪੁਰ ਸਾਹਿਬ ਦੇ ਆਸ-ਪਾਸ ਧਰਮ ਯੁੱਧ ਲੜੇ ਗਏ, ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ, ਪਰਿਵਾਰ ਵਿਛੋੜੇ ਹੋਏ,
ਸਰਹੰਦ ਦੀ ਦੀਵਾਰ ਠੰਡਾ ਬੁਰਜ ਆਇਆ, ਪਰ ਮਾਂ ਗੁਜਰੀ ਦਾ ਚਿੱਤ ਨਹੀਂ ਡੋਲਿਆ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਸਮਝਾ ਕੇ ਗਏ ਸਨ ਚਾਂਦ ਭੱਟ ਕਵੀ ਦੇ ਮੁਤਾਬਕ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ। ਤੇਗ ਬਹਾਦਰ ਬੋਲਿਆ ਧਰ ਪਈਐ, ਧਰਮ ਨਾ ਛੋਡੀਐ, ਬਾਹਾਂ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹਾਂ ਨਾ ਛੋਡੀਐ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਦ੍ਰਿੜ ਕਰਵਾ ਗਏ ਸਨ, ਤੇ ਮਾਂ ਗੁਜਰੀ ਨੇ ਵੀ ਅਰਦਾਸ ਕੀਤੀ ਸੀ ਪਾਵਨ ਸੀਸ ਦੇ ਦਰਸ਼ਨ ਕਰਕੇ ਕਿ ਤੁਹਾਡੀ ਨਿਭ ਗਈ ਤੇ ਸਾਡੀ ਨਿਭ ਜਾਵੇ। ਹੁਣ ਧਰਮ ਇਹ ਹੈ ਕਿ ਖੁਦ ਨੂੰ ਸੰਕਟ ਵਿੱਚ ਪਾ ਲਵੋ, ਖੁਦ ਯਤੀਮ ਹੋ ਜਾਵੋ, ਆਪਣਾ ਸੁਹਾਗ ਕੁਰਬਾਨ ਕਰਕੇ ਦੂਜਿਆਂ ਦੇ ਸੁਹਾਗ ਬਚਾ ਲਵੋ। ਅੱਜ ਹਰ ਸੁਹਾਗਣ ਨੂੰ ਸਵੇਰੇ ਉੱਠ ਕੇ ਮਾਤਾ ਗੁਜਰੀ ਦਾ ਸ਼ੁਕਰਾਨਾ ਕਰਨਾ ਚਾਹੀਦਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹੀਦਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ। ਮਹਾਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਅਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਪਰਉਪਕਾਰ ਨਾ ਕਰਦੇ ਤੇ ਅੱਜ ਭਾਰਤ ਵਰਸ਼ ਦੀ ਸੰਸਕ੍ਰਿਤੀ ਜੋ ਦਿਖਾਈ ਦਿੰਦੀ ਹੈ, ਇਹ ਸਾਨੂੰ ਦਿਖਾਈ ਨਾ ਦਿੰਦੀ। ਉਹਨਾਂ ਨੇ ਲਿਖਿਆ, ਛਾਏ ਜਾਤੀ ਏਕਤਾ, ਅਨੇਕਤਾ ਵਲਾਏ ਜਾਤੀ। ਇੱਥੇ ਕੇਵਲ ਇੱਕ ਧਰਮ ਦਾ ਬੋਲਬਾਲਾ ਹੁੰਦਾ, ਇਸਲਾਮ ਦਾ, ਦੂਜੇ ਧਰਮ ਖਤਮ ਹੋ ਜਾਂਦੇ। ਅੱਜ ਵੀ ਸਮੇਂ ਦੇ ਹਾਕਮ ਨੂੰ ਇੱਕ ਭੁਲੇਖਾ ਹੈ ਵੀ ਮੈਂ ਸ਼ਾਇਦ ਇੱਕੋ ਰਾਸ਼ਟਰ ਬਣਾਉਣਾ, ਨਹੀਂ। ਭਾਰਤ ਵਰਸ਼ ਦੇ ਵਿੱਚ ਕੋਈ ਵੀ ਰਹਿ ਰਿਹਾ, ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਸਾਰਿਆਂ ਨੇ ਪਾਇਆ, ਤੇ ਖਾਸ ਕਰਕੇ ਜਿਨ੍ਹਾਂ ਨੂੰ ਅੱਜ 5 ਲੱਖ ਦੀ ਗਿਣਤੀ ਦੱਸ ਰਹੇ ਨੇ, ਦੂਜਿਆਂ ਨੂੰ ਕਰੋੜਾਂ, ਬਹੁਤੀਆਂ ਕੁਰਬਾਨੀਆਂ ਇਸ 5 ਲੱਖ ਦੇ ਵਿੱਚੋਂ ਇਹਨਾਂ ਦੇ ਵੱਡੇ ਵਡੇਰਿਆਂ ਨੇ ਕੀਤੀਆਂ ਨੇ। ਤੇ ਅੱਜ ਵੀ ਕਿਸਾਨ ਦਾ ਪੁੱਤਰ, ਮਜ਼ਦੂਰ ਦਾ ਪੁੱਤਰ, ਦੁਕਾਨਦਾਰ ਦਾ ਪੁੱਤਰ ਜਿਹੜਾ ਉਹ ਬਾਰਡਰ ਤੇ, ਸੀਮਾ ਤੇ ਲੜਨ ਮਰਨ ਵਾਸਤੇ ਤਿਆਰ ਬੈਠਾ ਹੈ ਕਿ ਮੈਂ ਦੇਸ਼ ਦੀਆਂ ਸਰਹੱਦਾਂ ਦੀ ਪਹਿਰੇਦਾਰੀ ਕਰਨੀ। 80% ਕੁਰਬਾਨੀਆਂ ਪੰਜਾਬ ਦੇ ਵਾਸੀਆਂ ਦੀਆਂ ਨੇ, ਜਿਨ੍ਹਾਂ ਨੂੰ ਕਿਹਾ ਜਾ ਰਿਹਾ ਕਿ ਇੱਕ ਸੂਬੇ ਦੀ ਆਪਾਂ ਕਿਉਂ ਸੁਣੀਏ, ਬਾਕੀ ਸੂਬੇ, ਹਰਿਆਣੇ ਦੀ ਕਿਉਂ ਸੁਣੀਏ, ਯੂਪੀ ਦੀ ਕਿਉਂ ਸੁਣੀਏ, ਬਾਕੀ ਸੂਬੇ ਤੇ ਹਨ। ਪਰ ਜਦੋਂ ਦੇਸ਼ ਲਈ ਕੁਰਬਾਨੀਆਂ ਦੀ ਗੱਲ ਆਉਂਦੀ ਹੈ, ਬਾਕੀ ਸਾਰੀਆਂ 15% ਕੁਰਬਾਨੀਆਂ ਨੇ, ਪਰ ਬਹੁਤੀਆਂ ਕੁਰਬਾਨੀਆਂ ਤੇ ਇਹਨਾਂ ਦੀਆਂ ਨੇ ਜਿਹੜੇ ਅੱਜ ਵੀ 5 ਲੱਖ ਦੀ ਗਿਣਤੀ ਜਿਹਨੂੰ ਦੱਸਿਆ ਜਾ ਰਿਹਾ, ਇਹਨਾਂ ਦੇ ਵੱਡੇ ਵਡੇਰੇ ਸਨ, ਜਾਂ ਇਹਨਾਂ ਦੇ ਅੱਗੇ ਪੁੱਤ ਪੋਤਰੇ ਨੇ ਜਿਹੜੇ ਜਾ ਕੇ ਸੀਮਾ ਤੇ ਲੜਨ ਮਰਨ ਵਾਸਤੇ ਤਿਆਰ ਹਨ। ਗਰੀਬ ਨਵਾਜ ਨੇ ਕਿਰਪਾ ਕੀਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਛਾਏ ਜਾਤੀ ਏਕਤਾ, ਅਨੇਕਤਾ ਵਲਾਏ ਜਾਤੀ। ਕਿਸੇ ਨੇ ਨਹੀਂ ਕਹਿਣਾ ਸੀ ਵੀ ਗਰਵ ਨਾਲ ਕਹੋ ਹਮ ਹਿੰਦੂ ਹੈ, ਕਿਉਂਕਿ ਇੱਥੇ ਤੇ ਕੇਵਲ ਇੱਕੋ ਧਰਮ ਦਾ ਬੋਲਬਾਲਾ ਹੋਣਾ ਸੀ। ਸਾਹਿਬ ਕਹਿਣ ਲੱਗੇ ਕਿ ਜਦੋਂ ਇਸ ਤਰ੍ਹਾਂ ਦਾ ਜ਼ੁਲਮੋ ਸਿਤਮ ਹੋ ਰਿਹਾ ਸੀ, ਕਵੀ ਸੰਤੋਖ ਸਿੰਘ ਹੋਣਾ ਲਿਖਿਆ, ਕਹਿਣ ਲੱਗੇ, ਛਾਏ ਜਾਤੀ ਏਕਤਾ, ਅਨੇਕਤਾ ਵਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ, ਧਰਮ ਤਸਕ ਜਾਤੇ, ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ, ਦੇਵੀ ਦੇਵਾ ਦੇਹਰਾ ਸੰਤੋਖ ਸਿੰਘਾ ਦੂਰ ਹੋਤੇ, ਮਿਟ ਜਾਤੀ ਕੀ ਰੀਤ ਕਥਾ ਬੇਦਨ ਪੁਰਾਨ ਕੀ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਵਨ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ। ਇੱਕ ਮੁਸਲਮਾਨ ਲਖਾਰੀ ਸਾਈਂ ਬੁੱਲੇ ਸ਼ਾਹ ਨੂੰ ਕਿਸੇ ਨੇ ਪੁੱਛਿਆ ਵੀ ਕੋਈ ਗੱਲਬਾਤ ਸੁਣਾਓ, ਕਹਿੰਦੇ ਕਦੋਂ ਦੀ? ਕਹਿੰਦੇ ਜਦੋਂ ਦੀ ਮਰਜ਼ੀ ਸੁਣਾ ਦਿਓ। ਕਹਿੰਦੇ ਫਿਰ ਜੇ ਸੁਣਨੀ ਹੈ ਨਾ ਤੇ ਉਦੋਂ ਦੀ ਸੁਣੋ ਜਦੋਂ ਔਰੰਗਜ਼ੇਬ ਦਾ ਇੱਥੇ ਰਾਜ ਸੀ। ਅੱਜ ਇੱਥੋਂ ਦੇ ਲੋਕ ਭੁੱਲ ਗਏ, ਪਰ ਉਹ ਮੁਸਲਮਾਨ ਦੇ ਬੋਲ ਚੇਤੇ ਰੱਖਣ ਵਾਲੇ ਨੇ। ਨਾ ਕਹੂੰ ਅਬ ਕੀ, ਨਾ ਕਹੂੰ ਕਬ ਕੀ, ਮੈਂ ਤੋ ਬਾਤ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਕੋਈ ਹੋਰ ਧਰਮ ਨੂੰ ਧਾਰਨ ਨਾ ਕਰਦਾ, ਕੇਵਲ ਇੱਕੋ ਧਰਮ ਦੇ ਧਾਰਨੀ ਹੋ ਜਾਂਦੇ ਸਾਰੇ। ਜੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰੀ ਜੀ ਏਡੇ ਵੱਡੇ ਪਰਉਪਕਾਰ ਨਾ ਕਰਦੇ। ਮੈਂ ਅਖੀਰ ਤੇ ਇੱਕ ਬੇਨਤੀ ਕਰਕੇ ਸਮਾਪਤੀ ਵਾਲੇ ਪਾਸੇ ਆ ਰਿਹਾ। ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਸਤਰ ਇੰਗਲੈਂਡ ਤੋਂ ਵਾਪਸ ਆਏ ਸਨ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਉਸ ਵੇਲੇ ਦੇ ਮੌਜੂਦਾ ਸਿੰਘ ਸਾਹਿਬ ਗਿਆਨੀ ਸ਼ਰਮ ਸਿੰਘ ਜੀ ਸ਼ਰਮ ਹੋਣਾ ਦੀ ਡਿਊਟੀ ਲੱਗੀ ਸੀ ਕਿ ਉਹ 에ਅਰਪੋਰਟ ਤੇ ਜਾ ਕੇ ਸ਼ਸਤਰਾਂ ਨੂੰ ਸਤਿਕਾਰ ਸਹਿਤ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰਵਾ ਕੇ ਭਾਰਤ ਵਰਸ਼ ਵਿੱਚ ਸੰਗਤਾਂ ਨੂੰ ਦਰਸ਼ਨ ਕਰਾਉਣ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲਿਆ ਕੇ ਉਹਨਾਂ ਸ਼ਸਤਰਾਂ ਨੂੰ ਸਜਾਉਣ।
ਉੱਥੇ ਉਸ ਸਮੇਂ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਵੀ ਆਪਣਾ ਫਰਜ਼ ਸਮਝ ਕੇ ਗਏ ਸਨ। ਤੇ ਜਦੋਂ ਇੱਕ ਇੱਕ ਸ਼ਸਤਰ ਜਹਾਜ਼ ਤੋਂ ਉਤਾਰ ਕੇ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰਨਾ ਸੀ, ਨਾਲੇ ਤੇ ਉਹ ਆਪਣੇ ਹੱਥਾਂ ਵਿੱਚ ਨਾਲੇ ਮੱਥੇ ਨੂੰ ਲਾਉਂਦੇ ਤੇ ਨਾਲੇ ਰੋ ਰੋ ਕੇ ਆਖਦੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜੇ ਉਸ ਵੇਲੇ ਤੁਸੀਂ ਇਹ ਸ਼ਸਤਰ ਨਾ ਚੁੱਕਦੇ ਤੇ ਅੱਜ ਸਾਡੀ ਹੋਂਦ ਦਿਖਾਈ ਨਹੀਂ ਸੀ ਦੇਣੀ। ਸਿੰਘ ਸਾਹਿਬ ਗਿਆਨੀ ਸ਼ਰਮ ਸਿੰਘ ਜੀ ਸ਼ਰਮ ਕਵੀ ਵੀ ਸਨ। ਉਹਨਾਂ ਨੇ ਰਸਤੇ ਵਿੱਚ ਆਉਂਦਿਆਂ ਇਹ ਸਾਰਾ ਕੁਝ ਅਨੁਭਵ ਕੀਤਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਉਪਕਾਰੀ ਸ਼ਸਤਰਾਂ ਦੇ ਸੰਬੰਧ ਵਿੱਚ ਇੱਕ ਕਵਿਤਾ ਲਿਖੀ, ਮੈਂ ਕਹਿ ਕੇ ਸਮਾਪਤੀ ਕਰਾਂਗਾ। ਉਹਨਾਂ ਲਿਖਿਆ, ਕਹਿਣ ਲੱਗੇ, ਉਂਝ ਤਾਂ ਦੁਨੀਆ 'ਚ ਬਥੇਰੇ ਨੇ ਸ਼ਸਤਰ, ਪਰ ਇਹਨਾਂ ਵਿੱਚ ਵਾਧਾ ਏ ਕਿ ਤੇਰੇ ਨੇ ਸ਼ਸਤਰ। ਇਹਨਾਂ ਸ਼ਸਤਰਾਂ ਤੇ ਹੱਕ ਹੈ ਸਾਰਿਆਂ ਦਾ, ਇਕੱਲੇ ਤੇਰੇ ਨਾ ਮੇਰੇ ਨੇ ਸ਼ਸਤਰ। ਇਹ ਸ਼ਸਤਰ ਨੇ ਕਿਸੇ ਆਦਰਸ਼ ਦੇ ਲਖਾਇਕ, ਧਰਮ ਦੀ ਧੁਜਾ ਦੇ ਫਰੇਰੇ ਨੇ ਸ਼ਸਤਰ। ਇਹ ਸ਼ਸਤਰ ਨੇ ਨਸਤਰ ਗੁਰੂ ਵੈਦ ਦੇ, ਰੋਗੀ ਦੇ ਮਿੱਤਰ ਭਲੇਰੇ ਨੇ ਸ਼ਸਤਰ। ਇਹਨਾਂ ਸ਼ਸਤਰਾਂ ਨੇ ਸ਼ਰਮ ਰੱਖੀ ਵਤਨ ਦੀ, ਤਾਈਓ ਪੂਜਦਾ ਵਤਨ ਅੱਜ ਤੇਰੇ ਨੇ ਸ਼ਸਤਰ। ਇਹਨਾਂ ਸ਼ਸਤਰਾਂ ਨੇ ਇਸ ਵਤਨ ਦੀ ਸ਼ਰਮ, ਸ਼ਰਮ ਦਾ ਅਰਥ ਪੈਜ ਲਾਜ, ਇਹ ਰਾਖੋ ਸ਼ਰਮ ਅਸਾੜੀ ਜੀਓ। ਬਾਣੀ ਵਿੱਚ ਵੀ ਸ਼ਰਮ ਲਾਜ ਵਾਸਤੇ ਵਰਤਿਆ ਗਿਆ ਤੇ ਸ਼ਰਮ ਗਿਆਨੀ ਸ਼ਰਮ ਸਿੰਘ ਸ਼ਰਮ ਹੋਣਾ ਦਾ ਤਖੱਲਸ ਵੀ ਹੈ। ਤੇ ਕਵੀ ਦੀ ਇਹ ਵਡਿਆਈ ਹੁੰਦੀ ਹੈ ਕਿ ਉਹ ਆਪਣੇ ਤਖੱਲਸ ਨੂੰ ਵਰਤ ਕੇ ਬੜੀ ਵੱਡੀ ਸਿੱਖਿਆ ਦੇ ਜਾਂਦੇ ਨੇ। ਇਹਨਾਂ ਸ਼ਸਤਰਾਂ ਨੇ ਸ਼ਰਮ ਰੱਖੀ ਵਤਨ ਦੀ। ਸ਼ਰਮ ਜਿੱਥੇ ਕਵੀ ਦਾ ਨਾਮ ਹੈ, ਉੱਥੇ ਸ਼ਰਮ ਦਾ ਅਰਥ ਹੈ ਲਾਜ ਪਤ। ਇਹਨਾਂ ਸ਼ਸਤਰਾਂ ਨੇ ਸ਼ਰਮ ਰੱਖੀ ਵਤਨ ਦੀ, ਤਾਈਓ ਪੂਜਦਾ ਵਤਨ ਅੱਜ ਤੇਰੇ ਨੇ ਸ਼ਸਤਰ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਿਆਂ ਸੈਂਕੜੇ ਚਰਖੜੀਆਂ ਤੇ ਚੜਨ ਵਾਲੇ, ਆਰਿਆਂ ਨਾਲ ਚੀਰੇ ਜਾਣ ਵਾਲੇ, ਰੰਬੀਆਂ ਨਾਲ ਖੋਪਰ ਲਵਾਉਣ ਵਾਲੇ, ਫਾਂਸੀਆਂ ਦੇ ਰੱਸੇ ਚੁੰਮਣ ਵਾਲੇ, ਟੈਂਕਾਂ ਤੇ ਤੋਪਾਂ ਗੋਲੀਆਂ ਦੀਆਂ ਵਿਛਾੜਾਂ ਅੱਗੇ ਆਪਣੀਆਂ ਛਾਤੀਆਂ ਤਾਨਣ ਵਾਲੇ ਖਲੋ ਗਏ। ਤੇ ਜਦੋਂ ਵੀ ਸ਼ਹੀਦ ਹੁੰਦੇ ਇਹ ਤੁਕ ਪੜਦੇ ਸਨ ਕਿ ਸਿੱਖਨ ਕਾਜ ਸੋ ਗੁਰੂ ਸਵਾਰੇ, ਸੀਸ ਦੀਏ ਸਨ ਨਿਜ ਪਰਵਾਰੇ, ਹਮ ਕਾਰਨ ਗੁਰ ਕੁਲੈ ਗਵਾਈ, ਹਮ ਕੁਲ ਰਾਖੈ ਕਵਨ ਵਡਾਈ। ਇਹ ਠੀਕ ਹੈ, ਅੱਜ ਮੀਡੀਆ ਰਾਹੀਂ ਪੂਰੀਆਂ ਸਹੀ ਖਬਰਾਂ ਤੁਹਾਡੇ ਤੱਕ ਨਹੀਂ ਪਹੁੰਚ ਰਹੀਆਂ। ਸੋਸ਼ਲ ਮੀਡੀਆ ਰਾਹੀਂ ਕਾਫੀ ਸੱਚ ਜਿਹੜਾ ਉਹ ਦਿੱਲੀ ਵਿਖੇ ਜੋ ਹੋ ਰਿਹਾ ਤੁਹਾਡੇ ਤੱਕ ਪਹੁੰਚ ਰਿਹਾ। ਤੇ ਖਾਸ ਕਰਕੇ ਜਦੋਂ ਸਾਡੇ ਆਪਣੇ ਦਾਸ ਦਾ ਭਰਾ, ਭਤੀਜਾ, ਬ੍ਰਦਰ ਇਨ ਲਾ, ਹੋਰ ਪਰਿਵਾਰ ਦੇ ਮੈਂਬਰ ਵਾਰੀ-ਵਾਰੀ ਉੱਥੇ ਜਾ ਕੇ ਧਰਨੇ ਵਿੱਚ ਸ਼ਾਮਲ ਹੋਏ ਨੇ ਤੇ ਅਜੇ ਵੀ ਉਹਨਾਂ ਵਿੱਚੋਂ ਕੁਝ ਸ਼ਾਮਲ ਨੇ ਜੋ ਉੱਥੋਂ ਦਾ ਸੱਚ ਜਿਹੜਾ ਹੈ ਉਹ ਦੱਸ ਰਹੇ ਨੇ, ਕਿਉਂਕਿ ਮੀਡੀਆ ਰਾਹੀਂ ਕੁਝ ਹੋਰ ਦੱਸਿਆ ਜਾ ਰਿਹਾ ਤੇ ਸੱਚ ਕੁਝ ਹੋਰ ਹੈ ਕਿ ਆਪਣੇ ਹੱਕ ਸੱਚ ਦੀ ਖਾਤਰ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਇਹ ਅੰਦੋਲਨ ਜਿਹੜਾ ਹੈ ਇਹ ਚਲਾਇਆ ਜਾ ਰਿਹਾ। ਤੇ ਸਤਿਗੁਰੂ ਕਿਰਪਾ ਕਰਨ, ਇਸ ਅੰਦੋਲਨ ਨੂੰ ਸਫਲਤਾ ਬਖਸ਼ਿਸ਼ ਕਰਨ। ਉਹ ਕਾਲੇ ਕਾਨੂੰਨ ਜਿਹੜੇ ਕਿਰਸਾਨੀ ਦੇ, ਮਜ਼ਦੂਰੀ ਦੇ, ਦੁਕਾਨਦਾਰਾਂ ਦੇ ਹਿੱਤ ਵਿੱਚ ਨਹੀਂ ਹੈ। ਜੇ ਕਿਸਾਨ ਪ੍ਰਭਾਵਿਤ ਹੁੰਦਾ ਹੈ ਤੇ ਮਜ਼ਦੂਰ ਵੀ ਪ੍ਰਭਾਵਿਤ ਹੋਵੇਗਾ ਤੇ ਦੁਕਾਨਦਾਰ ਵੀ। ਵੀਰ ਕਹਿੰਦੇ ਵੀ ਅਸੀਂ ਵੀ ਤੇ ਕਿਸਾਨਾਂ ਦੇ ਮੂੰਹ ਵੱਲ ਵੇਖਦੇ ਹਾਂ, ਇੱਥੇ ਤੱਕ ਕਿ ਹਰ ਇੱਕ ਦੇ ਥਾਲ ਵਿੱਚ ਪਰੋਸ ਕੇ ਜਿਹੜਾ ਭੋਜਨ ਪੈਂਦਾ ਹੈ ਨਾ, ਜੇ ਕੋਈ ਸਿਪਾਹੀ ਵੀ ਹੈ ਤੇ ਉਹ ਵੀ ਕਿਸਾਨ ਦਾ ਸ਼ੁਕਰਾਨਾ ਕਰਦਾ ਹੈ, ਕਿਉਂਕਿ ਕਿਸਾਨ ਨੂੰ ਅੰਨਦਾਤਾ ਵੀ ਮੰਨਿਆ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ ਇਹਦੇ ਵਿੱਚ ਸਫਲਤਾ ਪ੍ਰਾਪਤ ਹੋਵੇ। ਤੁਸੀਂ ਸਮਾਗਮ ਇਸ ਕਿਸਾਨੀ ਅੰਦੋਲਨ ਨੂੰ ਵੀ ਸਮਰਪਿਤ ਕੀਤਾ ਹੋਇਆ ਹੈ। ਸ਼੍ਰੀ ਨਨਕਾਣਾ ਸਾਹਿਬ ਦੇ 100 ਸਾਲਾ ਸਾਕੇ ਨੂੰ ਵੀ ਸਮਰਪਿਤ ਕੀਤਾ। ਗੁਰਮੁਖ ਪਿਆਰੇ, ਅਗਲੇ ਦੀਵਾਨਾਂ ਵਿੱਚ ਆਪ ਜੀ ਨੂੰ ਇਹਦੇ ਬਾਰੇ ਕਥਾ ਵਿਚਾਰਾ ਸਰਵਣ ਕਰਾਉਣਗੇ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਦਾਸ ਨੂੰ ਸਮਾਂ ਦੇ ਕੇ ਨਵਾਜਿਆ। ਇੰਨਾ ਸਮਾਂ ਨਹੀਂ ਕਿ ਆਪਾਂ ਹੋਰ ਵਿਸਤਾਰ ਵਿੱਚ ਜਾਈਏ, ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਤੇ ਪਹੁੰਚਣਾ ਹੈ। ਅਗਲਾ ਪ੍ਰੋਗਰਾਮ ਆਪ ਜੀ ਸਟੇਜ ਸਕੱਤਰ ਸਾਹਿਬ ਪਾਸੋਂ ਸਰਵਣ ਕਰੋ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਬਲਾਓ ਫਤਿਹ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।